ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋ ਜਸ ਟੀਵੀ ਦੇ ਨਾਲ। ਸਭ ਤੋਂ ਪਹਿਲਾਂ ਨਵੇਂ ਵਰੇ ਦੀਆਂ ਬਹੁਤ 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 ਮੁਬਾਰਕਾਂ। ਸੰਸਾਰ ਦੇ ਜਿਸ ਵੀ ਕੋਨੇ ਦੇ ਵਿੱਚ ਤੁਸੀਂ ਵਸਦੇ ਹੋ, ਅਸੀਂ ਆਸ ਕਰਾਂਗੇ ਤੇ ਨਾਲ ਅਰਦਾਸ ਕਰਾਂਗੇ ਕਿ ਤੁਹਾਡੇ ਪਰਿਵਾਰ, ਤੁਹਾਡੇ ਕਾਰੋਬਾਰ, ਤੁਹਾਡੇ ਜੀ ਸੁਖੀ ਸੰਦੀ ਰਹਿਣ। ਇਹ ਵਰਾ ਜਿਹੜਾ ਨਵਾਂ 2022 ਚੜ੍ਹਿਆ ਹੈ, ਇਸ ਵਰੇ ਦੀਆਂ ਆਉਣ वाले ਜਿਹੜੇ ਦਿਨ ਹੋਣਗੇ, ਆਉਣ ਵਾਲੀਆਂ ਜਿਹੜੀਆਂ ਰੁੱਤਾਂ ਹੋਣਗੀਆਂ, ਉਹ ਰੁੱਤਾਂ ਤੁਹਾਡੇ ਸਾਰਿਆਂ ਦੇ ਪਰਿਵਾਰਾਂ ਲਈ, ਸਾਰਿਆਂ ਦੇ ਕਾਰੋਬਾਰਾਂ ਲਈ ਰੰਗਲੀਆਂ ਰੁੱਤਾਂ ਹੋਣ। ਅੱਖਰ ਅੱਖਰ ਮੋਤੀ ਬਣਦੇ, ਮੋਤੀਆਂ ਤੋਂ ਫਿਰ ਮਾਲਾ। ਆਓ ਰਿਸ਼ਤਾ ਫਿਰ ਤੋਂ ਗੂੜਾ ਕਰੀਏ, ਸਾਹਿਤਕ ਤੰਦਾਂ ਵਾਲਾ। ਕਾਫੀ ਦੇਰ ਬਾਅਦ ਤੁਹਾਡੇ ਰੂਬਰੂ ਹੋਇਆ ਪ੍ਰੋਗਰਾਮ ਸਾਹਿਤਕ ਤੰਦਾਂ ਦੇ ਵਿੱਚ। ਅਸਲ ਦੇ ਵਿੱਚ ਸੰਸਾਰ ਦੇ ਵਿੱਚ ਕਈ ਇਸ ਤਰੀਕੇ ਦੇ ਵਿਅਕਤੀ ਹੁੰਦੇ ਨੇ, ਕਈ ਇਸ ਤਰੀਕੇ ਦੀਆਂ ਸ਼ਖਸੀਅਤਾਂ ਹੁੰਦੀਆਂ ਨੇ, ਕਈ ਤੁਹਾਡੇ ਆਲੇ ਦੁਆਲੇ ਐਸੇ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਵੇਖ ਕੇ ਤੁਹਾਨੂੰ ਰਸ਼ ਕਰ ਰਿਹਾ ਹੁੰਦਾ ਹੈ। ਮਤਲਬ ਤੁਸੀਂ ਥੋੜੀ ਜੀ ਆਪਣੇ ਮਨ ਦੇ ਵਿੱਚ ਇਹ ਗੱਲ ਸੋਚ ਰਹੇ ਹੁੰਦੇ ਹੋ। ਮੈਂ ਉਸ ਨੂੰ ਈਰਖਾ ਸ਼ਬਦ ਨਹੀਂ ਕਹਾਂਗਾ, ਉਸ ਦਾ ਬਰਾਬਰ ਦਾ ਸ਼ਬਦ ਜਦੋਂ ਕੋਈ ਆਏਗਾ ਤਾਂ ਫਿਰ ਢੁਕਵਾਂ ਸ਼ਬਦ ਜਦੋਂ ਕੋਈ ਆਏਗਾ ਤਾਂ ਉਹ ਸਾਂਝਾ ਕਰਾਂਗਾ ਕਿ ਤੁਹਾਡੇ ਮਨ ਦੇ ਵਿੱਚ ਚੱਲ ਰਿਹਾ ਹੁੰਦਾ ਕਿ ਕਾਸ਼ ਮੈਂ ਵੀ ਇਸ ਵਿਅਕਤੀ ਵਰਗਾ ਹੁੰਦਾ, ਜਾਂ ਕੁਦਰਤ ਨੇ ਫਲਾਣੀ ਸ਼ਖਸੀਅਤ ਦੇ ਵਿੱਚ ਜੋ ਕੁਝ ਪਾਇਆ ਹੈ, ਕੁਦਰਤ ਨੇ ਉਸ ਨੂੰ ਜਿਹੜੇ ਗੁਣ ਬਖਸ਼ੇ ਨੇ, ਕਾਸ਼ ਉਹ ਗੁਣ ਮੇਰੇ ਕੋਲ ਵੀ ਹੁੰਦੇ। ਪਰ ਇਹ ਸੰਭਵ ਨਹੀਂ ਹੈ, ਕਿਉਂਕਿ ਕੁਦਰਤ ਨੇ ਆਪਣੇ ਰੰਗਾਂ ਦੇ ਨਾਲ ਹਰ ਵਿਅਕਤੀ ਦਾ ਇੱਕ ਵੱਖਰਾ ਰੂਪ ਸਰੂਪ ਤੇ ਵੱਖਰਾ ਸ਼ਖਸੀਅਤ ਉਕਾਰੀ ਹੈ, ਸ਼ਖਸੀਅਤ ਉਸਾਰੀ ਹੈ। ਅੱਜ ਸਾਹਿਤਕ ਤੰਦਾਂ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਜਿਸ ਮਹਿਮਾਨ ਨੂੰ ਤੁਹਾਡੇ ਰੂਬਰੂ ਕਰਨ ਲੱਗਿਆ, ਮੈਨੂੰ ਸੱਚਮੁੱਚ ਨਿੱਜੀ ਜ਼ਿੰਦਗੀ ਦੇ ਵਿੱਚ ਰਸ਼ਕ ਆਉਂਦਾ ਹੁੰਦਾ ਹੈ ਕਿ ਜਿੰਨਾ ਕੁਝ ਉਹ ਕਰ ਲੈਂਦੇ ਆ ਜਾਂ ਜਿੱਦਾਂ ਦੀ ਉਹ ਸ਼ਖਸੀਅਤ ਹੈ, ਮੇਰੇ ਅੰਦਰ ਵੀ ਉੱਦਾਂ ਦੇ ਕੁਝ ਗੁਣ ਹੋਣੇ ਚਾਹੀਦੇ ਸੀ। ਆਓ ਪਹਿਲਾਂ ਸਵਾਗਤ ਕਰਦੇ ਹਾਂ ਸਾਡੇ ਅੱਜ ਦੇ ਵਿਸ਼ੇਸ਼ ਮਹਿਮਾਨ, ਨਿੱਕੀ ਉਮਰੇ ਵੱਡੀਆਂ ਪੈੜਾਂ ਪਾਉਣ ਵਾਲੇ, ਨਿੱਕੀ ਉਮਰੇ ਵੱਡੀਆਂ ਪੁਲਾਂਘਾਂ ਪੱਟਣ ਵਾਲੇ। ਔਰ ਮੈਂ ਨਾਲ ਉਹਨਾਂ ਦੀ ਇੰਟਰਵਿਊ ਸ਼ੁਰੂ ਕਰਨ ਤੋਂ ਪਹਿਲਾਂ ਜਾਂ ਉਹਨਾਂ ਦਾ ਸਵਾਗਤ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦਾ ਕਿਹੜੀਆਂ ਵਿਧਾਵਾਂ ਦੇ ਵਿੱਚ ਉਹ ਵਿਚਰਦੇ ਨੇ। ਬਤੌਰ ਨਾਟਕਕਾਰ ਵਿਚਰਦੇ ਨੇ, ਨਾਟਕ ਲਿਖਦੇ ਨੇ, ਨਾਟਕ ਨੂੰ ਨਿਰਦੇਸ਼ਿਤ ਕਰਦੇ ਨੇ ਔਰ ਨਾਟਕ ਦੇ ਵਿੱਚ ਅਦਾਕਾਰੀ ਵੀ ਕਰਦੇ ਨੇ। ਤਿੰਨ ਪੱਖ ਹੁੰਦੇ ਨੇ। ਚੌਥਾ, ਨਾਟਕ ਦੇ ਪਿੱਛੇ ਜਿਹੜੀ ਪਿੱਠ ਭੂਮੀ ਸੰਗੀਤ ਹੁੰਦਾ ਹੈ, ਉਹ ਸੰਗੀਤ ਵੀ ਇਹ ਸ਼ਖਸੀਅਤ ਦਿੰਦੇ ਨੇ। ਇੱਕ ਵਿਧਾ ਦੇ ਅੰਦਰ 4 ਜਾਂ 5 ਕਲਾਵਾਂ ਜਿਹੜੀਆਂ ਆ ਗਈਆਂ। ਦੂਜਾ, ਗੀਤਕਾਰ ਬਹੁਤ ਕਮਾਲ ਦੇ ਨੇ, ਪਰ ਆਹ ਗੀਤ ਜਿਹੜੇ ਅੱਜ ਕੱਲ੍ਹ ਚੱਲਦੇ ਨੇ ਚੱਕ ਲੋ ਧਰ ਲੋ ਵਾਲੇ ਜਾਂ ਗੀਤਾਂ ਰਫਲਾਂ ਵਾਲੇ, ਉਹ ਗੀਤ ਨਹੀਂ ਲਿਖਦੇ। ਸਮਾਜ ਨੂੰ ਸੇਧਿਤ ਕਰਨ ਵਾਲੇ ਗੀਤ ਉਹਨਾਂ ਦੀ ਕਲਮ ਦੁਆਰਾ ਲਿਖੇ ਜਾਂਦੇ ਨੇ। ਬਤੌਰ ਕਵੀ ਪੰਜਾਬ ਦਾ ਬੜਾ ਸੋਹਣਾ ਤੇ ਉਗੜਵਾਂ ਨਾਂ ਅੱਜ ਜਿਹੜੀ ਸ਼ਖਸੀਅਤ ਆਈ ਹੋਈ ਆ, ਉਹ ਬਣ ਚੁੱਕੇ ਨੇ। ਕਵਿਤਾ ਦੀ ਰਚਨਾ ਬੜੀ ਸੋਹਣੀ ਕਰਦੇ ਨੇ। ਉਸ ਤੋਂ ਅੱਗੇ ਵਧੀਏ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਬਹੁਤ ਨੇ। ਅਸੀਂ ਹਮੇਸ਼ਾ ਚਿੰਤਾਵਾਂ ਦੇ ਵਿੱਚ ਘਿਰੇ ਹੋਏ ਹਾਂ ਤੇ ਉਹਨਾਂ ਚਿੰਤਾਵਾਂ ਦੇ ਵਿੱਚੋਂ ਨਿਕਲਣ ਦੇ ਲਈ ਜਦੋਂ ਵੀ ਟੀਵੀ ਜਾਂ ਮੋਬਾਈਲ ਖੋਲ੍ਹਦੇ ਹਾਂ ਤਾਂ ਅਸੀਂ ਹਾਸ ਵਿਅੰਗ ਲੱਭਣ ਦੀ ਕੋਸ਼ਿਸ਼ ਕਰਦੇ ਹਾਂ, ਅਸੀਂ ਹਾਸੇ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਹਾਸ ਵਿਅੰਗ ਦੇ ਬੜੇ ਕਮਾਲ ਦੇ ਲੇਖਕ ਔਰ ਹਾਸ ਵਿਅੰਗ ਦੇ ਵਿੱਚ ਬੜੀਆਂ ਕਮਾਲ ਦੀਆਂ ਵਨ ਲਾਈਨਰ ਤੇ ਟਿੱਪਣੀਆਂ ਕਰਨ ਵਾਲੇ ਅੱਜ ਦੇ ਜਿਹੜੇ ਸਾਡੇ ਮਹਿਮਾਨ ਨੇ। ਔਰ ਜਦੋਂ ਉਲੱਥਿਆਂ ਦੀ ਗੱਲ ਕਰਦੇ ਹਾਂ, ਤਰਜਮਿਆਂ ਦੀ ਗੱਲ ਕਰਦੇ ਹਾਂ, ਹੋਰ ਭਾਸ਼ਾਵਾਂ ਤੋਂ ਪੰਜਾਬੀ ਭਾਸ਼ਾ ਦੇ ਵਿੱਚ ਕਿਤਾਬਾਂ ਦੇ ਉਲੱਥੇ ਕਰਨੇ ਜਾਂ ਉਹਨਾਂ ਦੇ ਤਰਜਮੇ ਕਰਨੇ, ਇਹ ਕੰਮ ਵੀ ਇਹਨਾਂ ਦੇ ਹਿੱਸੇ ਆਇਆ। ਇਸ ਤੋਂ ਅੱਗੇ ਵਧਦੇ ਹਾਂ ਤਾਂ ਬਹੁਤ ਹੀ ਖੂਬਸੂਰਤ ਤੇ ਕਮਾਲ ਦੇ ਅਧਿਆਪਕ, ਕਿਉਂਕਿ ਅਧਿਆਪਨ ਖਿੱਤਾ ਐਸਾ ਖਿੱਤਾ ਹੈ ਜਿਸ ਨੂੰ ਦੇਸ਼ ਦੀ ਉਸਾਰੀ ਦਾ ਨੀਂਹ ਪੱਥਰ ਕਿਹਾ ਜਾ ਸਕਦਾ ਹੈ। ਅਧਿਆਪਕ ਬੜੇ ਕਮਾਲ ਦੇ ਨੇ। ਤਾਂ ਆਓ ਫਿਰ ਆਪਾਂ ਸਵਾਗਤ ਕਰਦੇ ਹਾਂ ਸਾਡੇ ਅੱਜ ਦੀ ਖਾਸ ਸ਼ਖਸੀਅਤ, ਸਾਡੇ ਅੱਜ ਦੇ ਮਹਿਮਾਨ ਡਾਕਟਰ ਸਵਾਮੀ ਸਰਬਜੀਤ ਹੋਰਾਂ ਦਾ। ਡਾਕਟਰ ਸਾਹਿਬ ਸਵਾਗਤ ਹੈ ਜੀ, ਜੀ ਆਇਆਂ ਨੂੰ ਸਾਹਿਤਕ ਤੰਦਾਂ ਪ੍ਰੋਗਰਾਮ ਦੇ ਵਿੱਚ। ਸ਼ੁਕਰੀਆ ਜੀ, ਬੜੀ ਮਿਹਰਬਾਨੀ। ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਬੜਾ ਆਪਣੇ ਆਪ ਨੂੰ ਮੈਂ ਖੁਸ਼ ਮਹਿਸੂਸ ਕਰ ਰਿਹਾ ਤੁਹਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਆ ਕੇ, ਇਸ ਪ੍ਰੋਗਰਾਮ ਦੇ ਨਾਲ ਜੁੜ ਕੇ। ਸ਼ੁਕਰੀਆ ਡਾਕਟਰ ਸਾਹਿਬ। ਡਾਕਟਰ ਸਾਹਿਬ ਪਹਿਲਾਂ ਤਾਂ ਤੁਹਾਡੇ ਨਾਮ ਤੋਂ ਚਰਚਾ ਸ਼ੁਰੂ ਕਰ ਲੈਂਦੇ, ਕਿਉਂਕਿ ਵਕਤ ਆਪਣੇ ਕੋਲੇ ਘੱਟ ਹੈ। ਪਹਿਲਾਂ ਹੀ ਸਾਨੂੰ ਸਾਡੀ MCR ਤੇ PCR ਟੀਮ ਨੇ ਕਹਿ ਦਿੱਤਾ ਦਰਸ਼ਕੋ ਕਿ ਭਾਈ ਸਾਡੇ ਕੋਲੇ 8-8 9-9 ਮਿੰਟ ਹੀ ਨੇ ਗੱਲਾਂ ਕਰਨ ਦੇ ਲਈ। ਤੁਹਾਡਾ ਨਾਮ ਸਵਾਮੀ ਸਰਬਜੀਤ, ਸਵਾਮੀ ਤਾਂ ਕਿਸੇ ਪਾਸਿਓਂ ਲੱਗਦੇ ਨਹੀਂ, ਨਾ ਤਿਲਕਧਾਰੀਓ, ਨਾ ਕਿਤੇ ਕੋਈ ਮਾਲਾ ਪਾਈ ਹੋਈ ਆ, ਨਾ ਹੋਇਆ ਜਾਂ ਚੋਗਾ ਪਾਇਆ, ਜਿਹੜੇ ਚੋਗੇ ਅੱਜ ਕੱਲ੍ਹ ਦੇਸ਼ ਦੇ ਵਿੱਚ ਪਾ ਕੇ ਤੇ ਇੱਕ ਖਾਸ ਕਿਸਮ ਦਾ ਰਵਾਇਤੀ ਪਾਰਟੀ ਦੇ ਤੁਸੀਂ ਸਮਰਥਕ ਬਣ ਜਾਂਦੇ। ਸਵਾਮੀ ਤੇ ਸਰਬਜੀਤ ਸਿੰਘ, ਇਹ ਸਫ਼ਰ ਜਾ ਕਿਵੇਂ ਰਿਹਾ?
ਅਸਲ 'ਚ ਭਾਰਦਵਾਜ ਸਾਹਿਬ ਗੱਲ ਇਹ ਹੋਈ ਕਿ ਮੈਂ 98 ਦੇ ਵਿੱਚ ਆਚਾਰੀਆ ਰਜਨੀਸ਼ ਦਾ ਸੰਨਿਆਸੀ ਹੋ ਗਿਆ ਸੀ। ਓਸ਼ੋ ਦਾ ਸੰਨਿਆਸੀ ਹੋ ਗਿਆ ਸੀ ਤੇ ਉਹਨਾਂ ਦੇ ਸੰਨਿਆਸ ਤੋਂ ਬਾਅਦ ਉਹਨਾਂ ਨੇ ਮੈਨੂੰ ਇੱਕ ਨਾਮ ਦਿੱਤਾ। ਉਹ ਕਹਿੰਦੇ ਕਿ ਸੰਨਿਆਸ ਲੈਣ ਤੋਂ ਬਾਅਦ ਜਿਹੜਾ ਵਿਅਕਤੀ ਹੈ ਉਹਦਾ ਇੱਕ ਨਵਾਂ ਜਨਮ ਹੁੰਦਾ ਹੈ ਤੇ ਉਹਦਾ ਇੱਕ ਨਵਾਂ ਨਾਮ ਜਿਹੜਾ ਉਸ ਸੰਸਥਾਨ ਵੱਲੋਂ ਦਿੱਤਾ ਜਾਂਦਾ ਹੈ। ਤੇ ਉਹਨਾਂ ਨੇ ਮੈਨੂੰ ਇੱਕ ਨਾਮ ਦਿੱਤਾ ਸੀ ਆਨੰਦ ਸਵਾਮੀ ਸ਼ਿਖਾ। ਤੇ ਹੌਲੀ ਹੌਲੀ ਜਦੋਂ ਮੈਂ ਉਹ ਸਾਰੇ ਕਾਸੇ ਦੇ ਵਿੱਚੋਂ ਵਿਚਰਿਆ ਤਾਂ ਇਹ ਹੋ ਗਿਆ ਕਿ ਜਿਹੜਾ ਆਨੰਦ ਸ਼ਿਖਾ ਹੈ ਉਹ ਪਿੱਛੇ ਰਹਿ ਗਿਆ ਤੇ ਜਿਹੜਾ ਸਵਾਮੀ ਹੈ ਉਹ ਮੇਰੇ ਨਾਮ ਦੇ ਨਾਲ ਜੁੜ ਗਿਆ। ਦੋਸਤ ਜਿਹੜੇ ਸਾਰੇ ਮੇਰੇ ਜਾਣਕਾਰ ਹੈਗੇ ਨੇ ਉਹ ਸਾਰੇ ਮੈਨੂੰ ਸਵਾਮੀ ਦੇ ਨਾਮ ਨਾਲ ਜਾਣਦੇ ਨੇ। ਇਸ ਕਰਕੇ ਜਿਹੜਾ ਮੇਰਾ ਰਜਿਸਟਰਾਂ ਦੇ ਵਿੱਚ ਨਾਮ ਹੈ ਸਰਬਜੀਤ, ਉਸ ਨਾਮ ਦੇ ਨਾਲ ਸਵਾਮੀ ਇਹ ਉਦੋਂ ਤੋਂ ਹੀ ਜਿਹੜਾ ਹੈ ਚੱਲਿਆ, ਪੱਕਾ ਜੁੜ ਗਿਆ ਨਾਲ, ਸਵਾਮੀ ਸਰਬਜੀਤ ਹੋ ਗਏ ਤੁਸੀਂ। ਔਰ ਇੱਕ ਹੋਰ ਦਿਲਚਸਪ ਪਹਿਲੂ ਦਰਸ਼ਕੋ ਮੈਂ ਤੁਹਾਡੇ ਨਾਲ ਸਾਂਝਾ ਕਰ ਲਵਾਂ ਕਿ ਡਾਕਟਰ ਸਾਹਿਬ ਸਵਾਮੀ ਸਰਬਜੀਤ ਹੋਰਾਂ ਦਾ ਨਾਮ ਸਰਬਜੀਤ ਹੈ ਔਰ ਇਹਨਾਂ ਦੇ ਜਿਹੜੇ ਸ਼ਰੀਕੇ ਹਯਾਤ, ਇਹਨਾਂ ਦੇ ਜਿਹੜੇ ਵਾਈਫ ਨੇ ਸਾਡੇ ਭਾਬੀ ਜੀ ਨੇ ਜਿਹੜੇ, ਉਹਨਾਂ ਦਾ ਨਾਮ ਵੀ ਸਰਬਜੀਤ ਹੈ। ਕਿਉਂ ਜੀ? ਜੀ ਬਿਲਕੁਲ ਬਿਲਕੁਲ। ਇਹ ਕਿਵੇਂ ਮਿਲ ਕੇ ਜੇ ਕੀਤਾ ਸੀਗਾ? ਪਹਿਲਾਂ ਸੋਚ ਕੇ ਰੱਖਿਆ ਸੀ ਕਿ ਨਾਮ ਉਹੀ ਲਾਉਣੇ ਨੇ ਜਾਂ ਕੋਈ ਕਿਸੇ ਨੂੰ ਬੁਲਾ ਲੇ ਤਾਂ ਸਰਬਜੀਤ ਹੀ ਆਏਗਾ ਜ਼ੁਬਾਨ ਦੇ ਉੱਤੇ? ਨਹੀਂ, ਅਸਲ 'ਚ ਕੁਝ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਪ੍ਰੀ ਪਲਾਨ ਨਹੀਂ ਹੁੰਦੀਆਂ। ਉਹਨਾਂ ਦੇ ਵਿੱਚ ਇੱਕ ਇਹ ਵੀ ਹੈਗਾ ਕਿ ਜਿਨ੍ਹਾਂ ਨਾਲ ਮੇਰਾ ਵਿਆਹ ਹੋਇਆ ਉਹਨਾਂ ਦਾ ਨਾਮ ਵੀ ਸਰਬਜੀਤ ਹੈਗਾ। ਤੇ ਮੈਂ ਤਾਂ ਲੋਕਾਂ ਨੂੰ ਇਹ ਕਹਿਣਾ ਹੁੰਦਾ ਕਿ ਜੇ ਮੇਰੇ ਕੋਈ ਜਵਾਕ ਜੱਲਾ ਹੋਇਆ ਮੈਂ ਉਹਦਾ ਨਾਮ ਵੀ ਸਰਬਜੀਤ ਰੱਖੂਗਾ। ਕੀ ਬਾਤ, ਮਤਲਬ ਲੜੀ ਨਹੀਂ ਟੁੱਟਣੀ ਚਾਹੀਦੀ, ਇਹ ਲੜੀ ਬਣੀ ਰਹਿਣੀ ਚਾਹੀਦੀ ਹੈ। ਕਿਉਂਕਿ ਮੈਨੂੰ ਆਪਣੇ ਨਾਮ ਨਾਲ ਬਹੁਤ ਪਿਆਰ ਹੈਗਾ ਤੇ ਮੈਨੂੰ ਚੰਗਾ ਲੱਗਦਾ ਹੁੰਦਾ। ਪਰ ਮੈਨੂੰ ਖੁਸ਼ੀ ਹੋਈ ਤੁਹਾਡੇ ਇਸ ਟਿੱਪਣੀ ਤੋਂ, ਮੈਨੂੰ ਖੁਸ਼ੀ ਹੋਈ ਕਿ ਆਪਣੇ ਨਾਮ ਨਾਲ ਪਿਆਰ ਕਰਨਾ ਬੜੀ ਖੂਬਸੂਰਤ ਗੱਲ ਹੈ। ਨਾਮ ਚਾਹੇ ਆਪ ਰੱਖਿਆ ਹੋਵੇ ਚਾਹੇ ਮਾਪਿਆਂ ਨੇ ਰੱਖਿਆ ਹੋਵੇ, ਪਰ ਆਪਣੇ ਨਾਮ ਨੂੰ ਪਿਆਰ ਕਰਾਂਗੇ ਤਾਂ ਹੀ ਦੁਨੀਆ ਪਿਆਰੀ ਲੱਗੂਗੀ, ਤਾਂ ਕਿਸੇ ਦੂਸਰੇ ਨੂੰ ਪਿਆਰ ਕਰਾਂਗੇ। ਡਾਕਟਰ ਸਾਹਿਬ ਤੁਹਾਡੇ ਕਾਰਜ ਖੇਤਰਾਂ ਵੱਲ ਆਉਂਦੇ ਆ। ਜਦੋਂ ਮੈਂ ਇੰਟਰੋ ਕਰ ਰਿਹਾ ਸੀਗਾ, ਮੈਂ ਪਹਿਲਾਂ ਵੀ ਕਹਿ ਰਿਹਾ ਕਿ ਮੈਨੂੰ ਥੋੜਾ ਕਦੇ ਰਸ਼ਕ ਹੁੰਦਾ ਕਿ ਤੁਹਾਡੀਆਂ ਵਿਧਾਵਾਂ ਕੁਦਰਤ ਸਾਡੇ ਅੰਦਰ ਵੀ ਪਾਉਂਦੀ। ਕਿਵੇਂ ਜੇ ਸਫ਼ਰ ਦੀ ਸ਼ੁਰੂਆਤ ਹੁੰਦੀ ਹੈ? ਕਿਉਂਕਿ ਅੱਜ ਮਤਲਬ ਬਹੁਤੇ ਲੋਕ ਸਿਹਤ ਵੱਲ ਨਹੀਂ ਜੁੜੇ ਹੋਏ ਹੈਗੇ, ਖਾਸ ਤੌਰ ਦੇ ਉੱਤੇ ਨੌਜਵਾਨੀ ਦੀ ਗੱਲ ਕਰਦੇ ਆ। ਵਾਲ ਚਿੱਟੇ ਹੋਣਾ ਉਮਰ ਦਾ ਕੋਈ ਤਕਾਜ਼ਾ ਨਹੀਂ ਹੁੰਦਾ ਹੈ। ਕਿਵੇਂ ਜੇ ਮਤਲਬ ਇਹ ਸਬੱਬ ਕਿਵੇਂ ਬਣਿਆ ਕਿ ਤੁਹਾਨੂੰ ਸਿਹਤ ਨਾਲ ਪਿਆਰ ਹੋਇਆ? ਪਹਿਲਾਂ ਲਿਖਣ ਵੱਲ ਤਾਂ ਬਾਅਦ ਚ ਜਾਣਾ ਜਾਂ ਨਾਟਕ ਵੱਲ ਤਾਂ ਬਾਅਦ ਦੇ ਵਿੱਚ ਜਾਣਾ? ਅਸਲ 'ਚ ਗੱਲ ਇਹ ਹੈ ਪ੍ਰਿੰਸ ਜੀ ਕਿ ਮੇਰੇ ਜਿਹੜੇ ਡੈਡੀ ਨੇ, ਮੇਰੇ ਜਿਹੜੇ ਫਾਦਰ ਸਾਹਿਬ ਨੇ, ਉਹਨਾਂ ਨੂੰ ਪੜ੍ਹਨ ਦਾ ਸ਼ੌਕ ਸੀ ਜੀ। ਉਹ ਜਦੋਂ ਮੈਂ ਜੰਮਿਆ ਤਾਂ ਉਦੋਂ ਮੇਰੇ ਘਰ ਦੇ ਵਿੱਚ ਲਾਇਬ੍ਰੇਰੀ ਸੀ। ਮੇਰੇ ਫਾਦਰ ਕਿਤਾਬਾਂ ਪੜ੍ਹਦੇ ਹੁੰਦੇ ਸੀ, ਬਹੁਤ ਸਾਰੀਆਂ ਕਿਤਾਬਾਂ ਪੜ੍ਹਦੇ ਹੁੰਦੇ ਸੀ ਤੇ ਮੈਨੂੰ ਵਿਰਸੇ ਦੇ ਵਿੱਚ ਹੀ ਜਿਹੜੀ ਆਪਾਂ ਕਹਿ ਸਕਦੇ ਹੈਗੇ ਕਿ ਘਰ ਦੇ ਵਿੱਚ ਲਾਇਬ੍ਰੇਰੀ ਮਿਲੀ। ਮੈਂ ਜਦੋਂ 5ਵੀਂ 6ਵੀਂ ਜਮਾਤ ਦੇ ਵਿੱਚ ਸੀ ਉਦੋਂ ਮੈਂ ਮੇਰੇ ਡੈਡੀ ਨੂੰ ਕਿਹਾ ਸੀ ਕਿ ਵੀ ਮੈਨੂੰ ਕੋਈ ਪੜ੍ਹਨ ਵਾਸਤੇ ਕਿਤਾਬ ਦਿਓ, ਤਾਂ ਉਹਨਾਂ ਨੇ ਮੈਨੂੰ ਜਿਹੜੀ ਸਭ ਤੋਂ ਪਹਿਲਾਂ ਜਿਹੜੀ ਕਿਤਾਬ ਪੜ੍ਹਨ ਵਾਸਤੇ ਦਿੱਤੀ ਉਹ ਡਾਕਟਰ ਇਬਰਾਹਿਮ ਟੂ ਕਾਵੁਰ ਦੀ ਜਿਹੜੀ ਕਿਤਾਬ ਹੈ, ਤਰਕਸ਼ੀਲ ਸੁਸਾਇਟੀ ਦੀ ਕਿਤਾਬ ਹੈ, ਦੇਵਦੈਤ ਤੇ ਰੂਹਾਂ। ਬਹੁਤ ਅੱਛੀ। ਉਹ ਉਹਨਾਂ ਨੇ ਮੈਨੂੰ ਪੜ੍ਹਨ ਵਾਸਤੇ ਦਿੱਤੀ ਤੇ ਉਸ ਤੋਂ ਬਾਅਦ ਤੇ ਦੇਵਪੁਰ ਸ਼ਹਾਰਗੇ ਤੇ ਤਰਕਸ਼ੀਲ ਸੁਸਾਇਟੀ ਦੀਆਂ ਜਿੰਨੀਆਂ ਵੀ ਕਿਤਾਬਾਂ ਹੈਗੀਆਂ ਨੇ ਉਸ ਵੇਲੇ ਸਾਡੇ ਘਰ 'ਚ ਮੌਜੂਦ ਸੀ, ਮੈਂ ਉਹ ਸਾਰੀਆਂ ਕਿਤਾਬਾਂ ਪੜ੍ਹ ਲਈਆਂ। ਹੁਣ ਉਹ ਕਿਤਾਬਾਂ ਜਿਹੜੀਆਂ ਨੇ ਮੈਨੂੰ ਇਹ ਲੱਗਦਾ ਹੁੰਦਾ, ਮੈਂ ਅੱਜ ਦੇ ਸਮੇਂ 'ਚ ਆ ਕੇ ਇਹ ਸੋਚਦਾ ਹੁੰਦਾ ਕਿ ਜਿਹੜੇ ਸਾਡੇ ਬੱਚੇ ਨੇ ਜਿਹੜੇ ਸਕੂਲਾਂ ਦੇ ਵਿੱਚ ਪੜ੍ਹਦੇ ਨੇ ਉਹਨਾਂ ਨੂੰ ਨਾ ਉਹ ਕਿਤਾਬਾਂ ਜਿਹੜੀਆਂ ਨੇ ਤਰਕਸ਼ੀਲ ਸੁਸਾਇਟੀ ਦੀਆਂ ਉਹ ਜ਼ਰੂਰ ਮਿਲਣੀਆਂ ਚਾਹੀਦੀਆਂ ਨੇ। ਖਾਸ ਤੌਰ ਤੇ ਜਦੋਂ ਉਹ 6ਵੀਂ ਜਮਾਤ ਦੇ ਵਿੱਚ ਹੋ ਜਾਂਦੇ ਨੇ, 6ਵੀਂ ਤੋਂ ਲੈ ਕੇ 10ਵੀਂ ਤੱਕ, ਤਾਂ ਕਿ ਉਹ ਜਿਹੜੇ ਬੱਚੇ ਹੈਗੇ ਨੇ ਉਹ ਸਾਇੰਸ ਬਾਰੇ ਜਾਣ ਸਕਣ, ਉਹ ਇਹ ਜਾਣ ਸਕਣ ਕਿ ਜਿਹੜੇ ਸਾਡੇ ਚੁਗਿਰਦੇ ਇੰਨੇ ਅਡੰਬਰ ਨੇ, ਪਖੰਡ ਨੇ, ਇੰਨੇ ਵਹਿਮ ਭਰਮ ਨੇ, ਜੋ ਕੁਝ ਵੀ ਧਰਮ ਦੇ ਨਾਂ ਤੇ ਜੋ ਕੁਝ ਵੀ ਫੈਲਾਇਆ ਜਾ ਰਿਹਾ, ਇੱਕ ਅਡੰਬਰ ਕ੍ਰੀਏਟ ਕੀਤਾ ਜਾ ਰਿਹਾ, ਉਹ ਉਸ ਸਾਰੇ ਕਾਸੇ ਨੂੰ ਸਮਝ ਸਕਣ, ਉਹਨਾਂ ਦੀ ਇੱਕ ਸਮਝ ਬਣ ਸਕੇ। ਤਾਂ ਮੈਨੂੰ ਲੱਗਦਾ ਕਿ ਜਿਹੜੀਆਂ ਤਰਕਸ਼ੀਲ ਸੁਸਾਇਟੀ ਦੀਆਂ ਕਿਤਾਬਾਂ ਨੇ ਉਹ ਉਹਦੇ ਵਿੱਚ ਸਹਾਈ ਹੋ ਸਕਦੀਆਂ ਹੈਗੀਆਂ ਨੇ, ਉਹਨਾਂ ਦਾ ਇੱਕ ਆਪਾਂ ਕਹਿ ਸਕਦੇ ਹੈਗੇ ਐਟੀਟਿਊਡ ਬਣਾਉਣ ਦੇ ਵਿੱਚ। ਉਹਨਾਂ ਦਾ ਮਤਲਬ ਉਦੋਂ ਹੀ ਕਿਉਂਕਿ ਬੇਸ ਬਣਨਾ ਸ਼ੁਰੂ ਹੁੰਦਾ 6ਵੀਂ ਤੋਂ 10ਵੀਂ ਦਾ ਜਿਹੜਾ ਸਮਾਂ ਹੁੰਦਾ ਉਸੇ ਦੇ ਵਿੱਚ, ਖੈਰ ਕਿਉਂਕਿ ਤਾਰਕਿਕ ਹੋਣਾ ਉਦੋਂ ਹੀ ਸਿੱਖ ਲੈਣਗੇ ਉਹ। ਇਹ ਪ੍ਰੋਗਰਾਮ ਅਸੀਂ ਖਾਸ ਤੌਰ ਦੇ ਉੱਤੇ ਉਚੇਚੇ ਤੌਰ ਦੇ ਉੱਤੇ ਇਸ ਕਰਕੇ ਸ਼ੁਰੂ ਕੀਤਾ ਸੀ ਕਿ ਪੰਜਾਬ ਦੇ ਵਿੱਚ ਵੀ, ਭਾਰਤ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਵੀ ਔਰ ਵਿਦੇਸ਼ਾਂ ਦੇ ਵਿੱਚ ਵੀ ਜਿੰਨੇ ਲੋਕ ਪੰਜਾਬੀ ਭਾਸ਼ੀ ਨੇ ਉਹ ਅਤੇ ਉਹਨਾਂ ਦੇ ਪਰਿਵਾਰ ਅਤੇ ਆਉਣ ਵਾਲੀ ਪੀੜ੍ਹੀ ਘੱਟੋ ਘੱਟ ਲਿਟਰੇਚਰ ਨਾਲ ਜੁੜੇ, ਸਾਹਿਤ ਨਾਲ ਜੁੜੇ। ਹਾਲਾਂਕਿ ਸਾਹਿਤ ਦੇ ਵਡਮੁੱਲੇ ਖਜ਼ਾਨੇ ਦੇ ਰੂਪ ਦੇ ਵਿੱਚ ਸਾਡੇ ਕੋਲੇ ਗੁਰੂਆਂ ਦੀ ਦਿੱਤੀ ਹੋਈ ਗੁਰਬਾਣੀ ਪਈ ਹੈ। ਠੀਕ ਹੈ, ਅਸੀਂ ਉਸ ਨੂੰ ਪੜ੍ਹਦੇ ਜ਼ਰੂਰ ਹਾਂ ਪਰ ਉਸ ਦਾ ਸਹੀ ਤਰੀਕੇ ਨਾਲ ਅਧਿਐਨ ਨਹੀਂ ਕਰਦੇ। ਗੱਲਾਂ ਬਾਤਾਂ ਦੇ ਸਿਲਸਿਲੇ ਡਾਕਟਰ ਸਵਾਮੀ ਸਰਬਜੀਤ ਹੋਰਾਂ ਨਾਲ ਦੁਬਾਰਾ ਤੋਂ ਜੋੜਦੇ ਹਾਂ। ਡਾਕਟਰ ਸਾਹਿਬ ਮੁੜ ਸਵਾਗਤ ਹੈ ਤੁਹਾਡਾ। ਡਾਕਟਰ ਸਾਹਿਬ ਕਿਉਂਕਿ ਵਕਤ ਘੱਟ ਹੈ, ਮੈਨੂੰ ਦੱਸੋ ਕਿ ਬਚਪਨ ਦੇ ਵਿੱਚ ਪਿਤਾ ਜੀ ਤੋਂ ਚੇਤਨਾ ਮਿਲ ਗਈ, ਫਿਰ ਇਹ ਸਫ਼ਰ ਨਾਟਕ ਵੱਲ ਝੁਕਾਅ ਹੋਣਾ, ਕਵਿਤਾ ਵੱਲ ਝੁਕਾਅ ਹੋਣਾ, ਇਹ ਸਾਰੀਆਂ ਵਿਧਾਵਾਂ ਕਿਵੇਂ ਅੰਦਰ ਕਿਵੇਂ ਪੁੰਗਰਦੀਆਂ ਨੇ, ਕਿਵੇਂ ਪਨਪਦੀਆਂ ਨੇ? ਬੜਾ ਟੇਢਾ ਸਵਾਲ ਹੈ ਇਹ, ਕਿਉਂਕਿ ਹਾਲੇ ਤੱਕ ਇਸ ਸਵਾਲ ਦਾ ਜਵਾਬ ਜਿਹੜਾ ਹੈਗਾ
ਉਹ ਵਿਗਿਆਨੀ ਵੀ ਨਹੀਂ ਦੇ ਸਕੇ, ਮਨੋਵਿਗਿਆਨੀ ਵੀ ਨਹੀਂ ਦੇ ਸਕੇ, ਹਨਾ, ਐਂਥਰੋਪੋਲੋਜੀ ਨਾਲ ਜਿਹੜੇ ਜੁੜੇ ਹੋਏ ਨੇ ਉਹ ਵੀ ਇਸ ਸਵਾਲ ਦਾ ਜਵਾਬ ਨਹੀਂ ਦੇ ਸਕੇ ਕਿ ਕਿਵੇਂ ਜਿਹੜੀਆਂ ਕਲਾਵਾਂ ਨੇ, ਜਿਹੜੇ ਹੁਨਰ ਨੇ ਬੰਦੇ ਦੇ ਵਿੱਚ, ਇਹ ਕਿਵੇਂ ਪੈਦਾ ਹੁੰਦੇ ਨੇ, ਕਿੱਥੋਂ ਪੈਦਾ ਹੁੰਦੇ ਨੇ, ਬੰਦੇ ਦਾ ਆਪਣਾ ਵੱਸ ਇਹਦੇ ਤੇ ਕਿੰਨਾ ਕੁ ਹੁੰਦਾ ਹੈਗਾ। ਮੈਂ ਤੁਹਾਨੂੰ ਮੋٹے ਰੂਪ ਦੇ ਵਿੱਚ ਇੱਕ ਗੱਲ ਸਮਝਾ ਦਿੰਦਾ ਕਿ ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਐਟੀਟਿਊਡ ਹੁੰਦਾ, ਇੱਕ ਐਪਟੀਟਿਊਡ ਹੁੰਦਾ। ਐਪਟੀਟਿਊਡ ਜਿਹੜਾ ਹੈ ਇਹ ਤੁਸੀਂ ਮੰਨ ਲਓ ਕਿ ਜਿਵੇਂ ਇੱਕ ਕੰਪਿਊਟਰ ਹੁੰਦਾ ਹੈ, ਕੰਪਿਊਟਰ ਦੇ ਵਿੱਚ ਜਿਹੜਾ ਇੱਕ ਹਾਰਡਵੇਅਰ ਹੈ ਜਿਹੜਾ ਪਿੱਛੋਂ ਹੀ ਅਸੈਂਬਲ ਹੋ ਕੇ ਆਇਆ, ਉਹ ਜਿਹੜਾ ਐਪਟੀਟਿਊਡ ਹੈ, ਠੀਕ ਹੈ, ਤੇ ਉਸ ਤੋਂ ਬਾਅਦ ਜਿਹੜੇ ਉਹਦੇ ਚ ਆਪਾਂ ਸੌਫਟਵੇਅਰ ਯੂਜ਼ ਕਰਦੇ ਆ ਉਹ ਐਟੀਟਿਊਡ ਹੈ। ਤਾਂ ਹੁਣ ਮੈਂ ਜੇ ਇਹ ਕਹੂੰਗਾ ਕਿ ਜੇ ਮੇਰੇ ਵਿੱਚ ਇੰਨੇ ਹੁਨਰ ਨੇ, ਮੇਰੇ ਚ ਇੰਨੀਆਂ ਕਲਾਵਾਂ ਹੈਗੀਆਂ ਨੇ, ਹਨਾ, ਤਾਂ ਇਹ ਮੇਰੇ ਐਪਟੀਟਿਊਡ ਦਾ ਹਿੱਸਾ ਹੈ, ਠੀਕ ਹੈ, ਕੁਦਰਤ ਵੱਲੋਂ। ਹਾਂ, ਇਹ ਕੁਦਰਤ ਨੇ ਮੇਰੇ ਵਿੱਚ ਆਪਾਂ ਕਹਿ ਸਕਦੇ ਆ ਕਿ ਅਸੈਂਬਲ ਕੀਤੀਆਂ ਹੈਗੀਆਂ ਨੇ, ਹਨਾ। ਉਸ ਤੋਂ ਬਾਅਦ ਇਹ ਹੁੰਦਾ ਕਿ ਜਿਵੇਂ ਆਪਾਂ ਕਹਿੰਦੇ ਆ ਕਿ ਜਿਹੜਾ ਹੀਰਾ ਹੁੰਦਾ ਹੈ ਉਹ ਸਾਨੂੰ ਖਾਨ ਦੇ ਵਿੱਚੋਂ ਲੱਭਦਾ ਹੈਗਾ, ਜਦੋਂ ਉਹ ਖਾਨ ਦੇ ਵਿੱਚ ਲੱਭਦਾ ਹੈ ਤਾਂ ਉਹਦੀ ਉਨੀ ਕੀਮਤ ਨਹੀਂ ਹੁੰਦੀ, ਉਹਦੀ ਕੀਮਤ ਉਹਦੇ ਤਰਾਸ਼ੇ ਜਾਣ ਤੋਂ ਬਾਅਦ ਹੁੰਦੀ ਹੈਗੀ ਆ। ਤਾਂ ਮੇਰੇ 'ਚ ਜਿੰਨੀਆਂ ਵੀ ਕਲਾਵਾਂ ਨੇ, ਹੁਨਰ ਨੇ, ਹੌਲੀ ਹੌਲੀ ਮੈਂ ਇਹਨਾਂ ਨੂੰ ਤਰਾਸ਼ਿਆ, ਜਾਂ ਤੁਸੀਂ ਕਹੋ ਕਿ ਹੌਲੀ ਹੌਲੀ ਮੈਨੂੰ ਇਹਨਾਂ ਦੀ ਲੱਭਤ ਹੋਈ। ਉਹ ਲੱਭਤ ਹੋਣ ਤੋਂ ਬਾਅਦ ਮੈਨੂੰ ਇਹ ਲੱਗਿਆ ਕਿ ਮੈਂ ਇਹ ਵੀ ਕਰ ਸਕਦਾ, ਮੈਂ ਉਹ ਵੀ ਕਰ ਸਕਦਾ। ਮੈਂ ਇੱਕ ਛੋਟੀ ਜਿਹੀ ਗੱਲ ਤੁਹਾਡੇ ਨਾਲ ਸਾਂਝੀ ਕਰੂੰਗਾ ਕਿ ਜੇ ਮੈਂ ਸੁਭਾਅ ਪੱਖੋਂ ਕਹਾਂ ਤਾਂ ਸੁਭਾਅ ਪੱਖੋਂ ਮੈਂ ਬਹੁਤ ਸ਼ਰਮਿਲਾ, ਬਹੁਤ ਸੰਗਾਊ ਕਿਸਮ ਦਾ ਬੰਦਾ ਮੈਂ। ਮੇਰੇ ਦੋਸਤ ਇਹ ਗੱਲ ਨਹੀਂ ਮੰਨਦੇ, ਪਰ ਮੇਰੇ ਪਰਿਵਾਰ ਵਾਲਿਆਂ ਨੂੰ ਪਤਾ ਕਿ ਵੀ ਹਾਂ ਮੈਂ ਬਹੁਤ ਸੰਗਾਊ ਹਾਂ ਤੇ ਬਹੁਤ ਸ਼ਰਮਿਲਾ ਹੈਗਾ। ਮੇਰੇ ਵਾਸਤੇ ਇੱਕ ਵੱਡਾ ਚੈਲੰਜ ਇਹ ਸੀ ਕਿ ਮੇਰੇ ਵਿੱਚ ਬਹੁਤ ਕੁਝ ਸੀ, ਜਿਵੇਂ ਕਿ ਫੋਰ ਐਗਜ਼ਾਮਪਲ ਮੈਂ ਜਦੋਂ 6ਵੀਂ ਜਾਂ 7ਵੀਂ ਜਮਾਤ ਦੇ ਵਿੱਚ ਸੀ ਉਦੋਂ ਹੀ ਮੈਂ ਹਾਰਮੋਨੀਅਮ ਵਜਾਉਣਾ ਸਿੱਖ ਗਿਆ ਸੀ, ਪਰ ਕਦੇ ਵੀ ਮੇਰੇ 'ਚ ਇਹ ਹਿੰਮਤ ਨਹੀਂ ਆਈ ਹੈਗੀ ਕਿ ਬਈ ਮੈਂ ਸਕੂਲ ਦੇ ਵਿੱਚ ਕਿਸੇ ਪ੍ਰੋਗਰਾਮ ਤੇ, ਕਿਸੇ ਫੰਕਸ਼ਨ ਤੇ, ਜਾਂ ਜਦੋਂ ਸਵੇਰ ਦੀ ਪ੍ਰੇਅਰ ਹੁੰਦੀ ਹੈ ਉਦੋਂ ਹਾਰਮੋਨੀਅਮ ਪਲੇ ਕਰ ਸਕਾਂ। ਮੈਂ ਉਹ ਹਿੰਮਤ ਹੀ ਨਹੀਂ ਇਕੱਠੀ ਕਰ ਸਕਿਆ ਕਿਉਂਕਿ ਸੁਭਾਅ ਪੱਖੋਂ ਮੈਂ ਸ਼ਰਮਿਲਾ ਸੀ, ਹਨਾ, ਥੋੜਾ ਜਿਹਾ ਦਬੂ ਕਿਸਮ ਦਾ ਸੀ। ਤਾਂ ਤੁਸੀਂ ਇਹ ਲਾ ਲਓ ਕਿ ਮੈਂ ਜਦੋਂ +1 +2 ਦੇ ਵਿੱਚ ਹੋਇਆ, +1 ਦੀ ਗੱਲ ਹੈਗੀ ਹੈ ਕਿ ਉਦੋਂ ਮੈਂ ਆਪਣੇ ਆਪ ਨਾਲ ਇੱਕ ਅਹਿਦ ਕੀਤਾ, ਇੱਕ ਵਾਅਦਾ ਕੀਤਾ ਕਿ ਵੀ ਮੈਂ ਵੀ ਸਟੇਜ ਤੇ ਚੜੂੰਗਾ। ਤੇ ਮੈਂ ਪਹਿਲੀ ਵਾਰ ਉਦੋਂ ਸਟੇਜ ਤੇ ਚੜਿਆ, ਗੀਤ ਗਾਇਆ, ਤੇ ਤੁਸੀਂ ਯਕੀਨ ਨਹੀਂ ਕਰੋਗੇ ਕਿ ਜਦੋਂ ਮੈਂ ਗੀਤ ਗਾਉਣ ਲੱਗਿਆ ਤਾਂ ਲੱਤਾਂ ਬਾਹਾਂ ਮੇਰੀਆਂ ਕੰਬਣ ਲੱਗ ਪਈਆਂ, ਅੱਖਾਂ 'ਚੋਂ ਹੰਝੂ, ਗੱਲਾਂ ਮੇਰੀਆਂ ਲਾਲ ਹੋ ਗਈਆਂ, ਤੇ ਬੜਾ ਮੈਂ ਕੋਸ਼ਿਸ਼ ਕੀਤੀ, ਮਤਲਬ ਮੈਨੂੰ ਰੋਣਾ ਆ ਗਿਆ, ਤੇ ਰੋਣਾ, ਮੈਂ ਰੋ ਵੀ ਰਿਹਾ, ਗਾ ਵੀ ਰਿਹਾ, ਤੇ ਮੇਰੇ ਮਨ 'ਚ ਇੱਕ ਗੱਲ ਇਹ ਵੀ ਚੱਲ ਰਹੀ ਹੈ ਕਿ ਸਰਬਜੀਤ, ਜੇ ਤੂੰ ਅੱਜ ਸਟੇਜ ਤੋਂ ਥੱਲੇ ਉਤਰ ਗਿਆ ਤਾਂ ਇਸ ਤੋਂ ਬਾਅਦ ਕਦੇ ਤੂੰ ਦੁਬਾਰਾ ਇਹਨਾਂ ਲੋਕਾਂ ਨੂੰ ਫੇਸ ਨਹੀਂ ਕਰ ਸਕੇਗਾ। ਤਾਂ ਮੈਂ ਉਹ ਜਿਹੜਾ ਆਪਾਂ ਕਹਿ ਸਕਦੇ ਹੈਗੇ ਕਿ ਉਸ ਫੇਜ਼ ਨੂੰ ਮੈਂ ਫੇਸ ਕੀਤਾ। ਉਹ ਫੇਸ ਕਰਨ ਤੋਂ ਬਾਅਦ ਮੇਰੇ ਮਨ ਦੇ ਵਿੱਚ ਬਹੁਤ, ਮਤਲਬ ਇਹ ਇੱਕ ਗੱਲ ਬਹੁਤ ਗੂੜੇ ਰੂਪ ਦੇ ਵਿੱਚ ਇਹ ਗੱਲ ਆਪਾਂ ਕਹਿ ਸਕਦੇ ਖੁਣੀ ਗਈ ਕਿ ਜੇ ਅਸੀਂ ਆਪਣੇ ਡਰ ਦੇ ਨਾਲ, ਆਪਣੀਆਂ ਝਿਜਕਾਂ ਦੇ ਨਾਲ, ਆਪਣੀਆਂ ਸੰਗਾਂ ਦੇ ਨਾਲ ਜੇ ਅਸੀਂ ਭਿੜ ਸਕਦੇ ਹੈਗੇ ਆ ਤਾਂ ਅਸੀਂ ਕੁਝ ਵੀ ਪ੍ਰਾਪਤ ਕਰ ਸਕਦੇ ਹੈਗੇ ਆ। ਮੇਰੀਆਂ ਜਿੰਨੀਆਂ ਵੀ ਕਲਾਵਾਂ ਨੇ, ਜਿੰਨੇ ਵੀ ਹੁਨਰ ਨੇ, ਤੁਸੀਂ ਇਹ ਕਹਿ ਸਕਦੇ ਹੋ ਕਿ ਮੈਂ ਪਹਿਲਾਂ ਆਪਣੇ ਆਪ ਨਾਲ ਲੜਿਆ, ਝਗੜਿਆ, ਭਿੜਿਆ, ਉਸ ਤੋਂ ਬਾਅਦ ਫਿਰ ਮੈਂ ਇਹਨਾਂ ਚੀਜ਼ਾਂ ਨੂੰ ਜ਼ਾਹਰ ਕਰ ਸਕਿਆ। ਬਿਲਕੁਲ। ਜੇ ਆਪਾਂ ਗੱਲ ਕਰੀਏ, ਹਾਲਾਂਕਿ ਮਤਲਬ ਮੈਂ ਦੁਨਿਆਵੀ ਪੜ੍ਹਾਈ ਦੀ ਗੱਲ ਕਰਦਾ, ਪਰ ਇਹ ਵੀ ਕੋਈ ਪ੍ਰਮਾਣਿਤ ਗੱਲ ਨਹੀਂ ਹੈ ਕਿ ਜਿਹਨੇ ਉਹ ਸਿੱਖਿਆ ਹਾਸਲ ਕੀਤੀ ਹੋਵੇ ਉਹੀ ਕਾਮਯਾਬ ਬੰਦਾ ਹੁੰਦਾ। ਸਿੱਖਿਆ ਕਿੱਥੋਂ ਤੱਕ ਹਾਸਲ ਕੀਤੀ, ਡਾਕਟਰ ਦਾ ਸਫ਼ਰ ਕਦੋਂ ਤੱਕ, PhD ਡਾਕਟਰ ਦਾ ਸਫ਼ਰ ਕਿਵੇਂ, ਮਤਲਬ ਕਿਹੜੀਆਂ ਸਿੱਖਿਆਵਾਂ ਦੇ ਵਿੱਚ ਆਏ ਹੋ ਜੀ? ਪ੍ਰਿੰਸ ਜੀ, ਗੱਲ ਇਹ ਹੈ ਕਿ ਮੈਨੂੰ ਨਾ ਪੜ੍ਹਨ ਦਾ ਬਹੁਤ ਸ਼ੌਕ ਹੈ, ਬਹੁਤ, ਮਤਲਬ ਇੰਨਾ ਜ਼ਿਆਦਾ ਸ਼ੌਕ ਹੈਗਾ ਕਿ ਇਸ ਸ਼ੌਕ ਕਰਕੇ ਮੈਂ ਮੇਰੇ ਘਰਦਿਆਂ ਨੂੰ ਵੀ ਨਾਰਾਜ਼ ਕੀਤਾ ਹੋਇਆ। ਹੁਣ ਜਿਵੇਂ ਮੈਂ ਕਹਾਂ, ਮਸਲਨ ਕਿਵੇਂ, ਮੈਂ BA ਕੀਤੀ, BA ਤੋਂ ਬਾਅਦ ਤੁਸੀਂ ਇਹ ਲਾ ਲਓ ਕਿ BA ਦੇ ਵਿੱਚ ਮਿਊਜ਼ਿਕ ਸਬਜੈਕਟ ਮੈਂ ਰੱਖਿਆ ਹੋਇਆ ਸੀ। ਪਹਿਲਾਂ ਘਰਦਿਆਂ ਨਾਲ ਲੜਾਈ ਸੀ ਕਿ ਨਹੀਂ ਰੱਖਣਾ, ਇਕਨੋਮਿਕਸ ਛੱਡ ਕੇ ਮੈਂ ਮਿਊਜ਼ਿਕ ਸਬਜੈਕਟ ਰੱਖ ਲਿਆ। ਮਿਊਜ਼ਿਕ 'ਚ ਬਹੁਤ ਵਧੀਆ ਨੰਬਰ ਆ ਗਏ ਤੇ ਉਹ ਕਹਿੰਦੇ ਕਿ ਵੀ ਤੂੰ ਹੁਣ MA ਮਿਊਜ਼ਿਕ ਕਰ ਲਾ। ਮੈਂ ਨਹੀਂ ਕੀਤੀ, ਮੈਂ MA ਪੋਲੀਟੀਕਲ ਸਾਇੰਸ ਕੀਤੀ। MA ਪੋਲੀਟੀਕਲ ਸਾਇੰਸ ਤੋਂ ਵਧੀਆ ਸੀ। ਮੇਰੇ ਫਾਦਰ ਕਹਿੰਦੇ ਕਿ ਚੱਲ ਬਈ IAS PCS ਵਾਲੇ ਪਾਸੇ ਤਿਆਰੀ ਕਰ। ਮੈਂ ਨਹੀਂ ਗਿਆ, ਮੈਂ MA ਪੰਜਾਬੀ ਕੀਤੀ। ਅੱਛਾ, MA ਪੋਲੀਟੀਕਲ ਸਾਇੰਸ ਤੋਂ ਬਾਅਦ MA ਪੰਜਾਬੀ। MA ਪੰਜਾਬੀ ਦੇ ਵਿੱਚ ਮੈਂ ਕਹਿ ਸਕਦਾ ਕਿ ਯੂਨੀਵਰਸਿਟੀ ਦੇ ਵਿੱਚੋਂ ਸਭ ਤੋਂ ਜ਼ਿਆਦਾ ਨੰਬਰ ਮੇਰੇ ਸੀ। ਮੇਰੇ ਫਾਦਰ ਕਹਿੰਦੇ ਕਿ ਵੀ ਹਾਂ ਤੂੰ ਇਹ ਫੀਲਡ ਦੇ ਵਿੱਚ ਜਾ ਸਕਦਾ ਹੈ ਕਿਉਂਕਿ ਤੇਰੇ ਨੰਬਰ ਵਧੀਆ ਹੈਗੇ ਨੇ। ਮੈਂ ਨਹੀਂ ਗਿਆ। ਮੈਂ ਉਸ ਤੋਂ ਬਾਅਦ MA ਥੀਏਟਰ ਐਂਡ ਟੈਲੀਵਿਜ਼ਨ ਕੀਤੀ। MA ਥੀਏਟਰ ਐਂਡ ਟੈਲੀਵਿਜ਼ਨ ਕਰਨ ਤੋਂ ਬਾਅਦ ਮੇਰੇ ਫਾਦਰ ਕਹਿੰਦੇ ਕਿ ਵੀ ਤੇਰੇ ਨਾਲ ਦੇ ਸਾਰੇ ਯਾਰ ਦੋਸਤ ਮੁੰਬਈ ਗਏ ਨੇ ਸਟਰਗਲ ਕਰਨ ਵਾਸਤੇ, ਤੂੰ ਜਾ। ਮੈਂ ਨਹੀਂ ਗਿਆ, ਮੈਂ ਪੰਜਾਬ ਦੇ ਵਿੱਚ ਰਹਿ ਕੇ ਸਟਰਗਲ ਕੀਤਾ। ਉਸ ਤੋਂ ਬਾਅਦ ਫਿਰ ਮੈਂ MPhil ਕੀਤੀ ਪੰਜਾਬੀ ਦੇ ਵਿੱਚ। ਉਸ ਤੋਂ ਬਾਅਦ ਮੈਂ ਨੈਟ ਕੀਤਾ, JRF ਹੋਇਆ ਮੇਰਾ ਪੰਜਾਬੀ ਦੇ ਵਿੱਚ। ਉਸ ਤੋਂ ਬਾਅਦ ਮੈਂ ਨੈਟ ਕੀਤਾ ਥੀਏਟਰ ਸਬਜੈਕਟ ਦੇ ਵਿੱਚ, ਹਨਾ, ਜਿਹੜੀ ਮਤਲਬ ਇੱਕ ਲੈਕਚਰਰ ਲੱਗਣ ਵਾਸਤੇ ਜਿਹੜੀ ਕੰਡੀਸ਼ਨ ਹੁੰਦੀ ਹੈ ਉਹ ਮੈਂ ਕੀਤੀ। ਤੇ ਉਸ ਤੋਂ ਬਾਅਦ ਮੈਂ ਜਿਹੜੀ ਆਪਣੀ PhD ਹੈਗੀ ਹੈ ਪੰਜਾਬੀ ਦੇ ਵਿੱਚ, ਹਨਾ, ਪੰਜਾਬੀ ਨਾਟਕ ਦੇ ਵਿੱਚ ਵਿਅੰਗ ਦੀ ਪੇਸ਼ਕਾਰੀ, ਉਸ ਵਿਸ਼ੇ ਤੇ ਕੀਤੀ ਹੈ। ਵਿਅੰਗ ਦੀ ਪੇਸ਼ਕਾਰੀ ਦੀ ਗੱਲ ਆ ਗਈ, ਮੈਂ ਚਾਹੁੰਦਾ ਕਿ ਦਰਸ਼ਕਾਂ ਨਾਲ ਆਪਾਂ ਕੋਈ ਸਾਂਝ ਪਾ ਲਈਏ ਕਿ ਵਿਅੰਗ ਦਾ ਕੋਈ ਨਮੂਨਾ ਜਿਹੜਾ ਹੈ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝਾ ਕਰੋ, ਉਸ ਤੋਂ ਬਾਅਦ ਕਵਿਤਾ ਵੱਲ ਵਧਦੇ ਹਾਂ। ਜੀ,
ਅਸਲ 'ਚ ਇਹ ਆ ਕਿ ਜਿਹਨੂੰ ਆਪਾਂ ਕਹਿੰਦੇ ਆ ਨਾ ਕਿ ਵਿਅੰਗ, ਮੈਂ ਇਹ ਕਹਿ ਸਕਦਾ ਹੈਗਾ ਕਿ ਮੈਂ ਇਹਨੂੰ ਨਹੀਂ ਪ੍ਰਣਾਇਆ ਹੈਗਾ, ਵਿਅੰਗ ਨੇ ਮੈਨੂੰ ਪ੍ਰਣਾਇਆ। ਮੈਂ ਕੋਸ਼ਿਸ਼ ਕਰਦਾ ਹੁੰਦਾ, ਮੈਂ ਅਕਸਰ ਕਿ ਮੇਰੀਆਂ ਰਚਨਾਵਾਂ ਦੇ ਵਿੱਚ ਬਹੁਤ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਵਿਅੰਗ ਤੋਂ ਬਿਨਾਂ ਵੀ ਪੇਸ਼ ਕਰਨਾ ਹੁੰਦਾ, ਪਰ ਮੇਰੇ ਵਾਸਤੇ ਬਹੁਤ ਔਖਾ ਹੁੰਦਾ। ਭਾਵੇਂ ਤੁਸੀਂ ਮੇਰੀ ਕਵਿਤਾ ਦੇਖ ਲਓ, ਮੇਰੇ ਨਾਟਕ ਦੇਖ ਲਓ, ਮੇਰੀਆਂ ਕਹਾਣੀਆਂ ਦੇਖ ਲਓ, ਉਹਨਾਂ 'ਚ ਸਾਰੇ ਕਿਤੇ ਤੁਹਾਨੂੰ ਕੁਛ ਨਾ ਕੁਛ ਜਿਹੜਾ ਵਿਅੰਗ ਹੈਗਾ ਉਹ ਕਿਤੇ ਨਾ ਕਿਤੇ ਨਜ਼ਰ ਆਊਗਾ ਹੈ ਨਾ। ਹਾਂ, ਇਹ ਜ਼ਰੂਰ ਹੈਗਾ ਕਿ ਜਿਨ੍ਹਾਂ ਚੀਜ਼ਾਂ ਦੇ ਵਿੱਚ ਮੈਂ ਵਿਅੰਗ ਦੇ ਨਾਲ ਹਾਸ ਵੀ ਪੇਸ਼ ਕਰਨਾ ਹੁੰਦਾ ਹੈਗਾ, ਉਹਦੇ ਵਾਸਤੇ ਮੈਂ ਆਪ ਮਤਲਬ ਕਹਿ ਸਕਦੇ ਹੈਗੇ ਆ ਕਿ ਆਪ ਤਰੱਦਦ ਕਰਦਾ, ਆਪ ਕੋਸ਼ਿਸ਼ ਕਰਦਾ ਤੇ ਉਹਦੇ ਵਿੱਚ ਮੈਂ ਹਾਸ ਜਿਹੜਾ ਹੈਗਾ ਆਪ ਉਹਦੇ ਵਿੱਚ ਪਾਉਣਾ। ਵਿਅੰਗ ਜਿਹੜਾ ਹੈਗਾ ਇਹ ਆਟੋਮੈਟਿਕਲੀ ਆ ਜਾਂਦਾ ਹੈਗਾ। ਜੇ ਤੁਸੀਂ ਚਾਹੁੰਦੇ ਆ ਕਿ ਮੈਂ ਕੋਈ ਵਿਅੰਗਮਈ ਤੁਹਾਨੂੰ ਕੁਝ ਸੁਣਾਵਾਂ ਤਾਂ ਮੈਂ ਕਿਤਾਬ ਦਾ ਸਾਰਾ ਹਾਂਜੀ ਮੇਰੀ ਇਹ ਮਤਲਬ ਕਵਿਤਾ ਦੀ ਕਿਤਾਬ ਹੈਗੀ ਧਰਮ ਬਨਾਮ ਧਰਮ। ਹਾਂ, ਇਹ ਕਿਤਾਬ ਜਿਹੜੀ ਹੈਗੀ ਆ, ਮੈਂ ਇਹਨੂੰ ਕਹਿੰਦਾ ਹੁੰਦਾ ਕਿ ਇਹ ਜ਼ਰਾਫਤੀ ਕਵਿਤਾ ਦੀ ਕਿਤਾਬ ਹੈ। ਜ਼ਰਾਫਤ ਜਿਹੜਾ ਹੈ ਉਹ ਅਰਬੀ ਫਾਰਸੀ ਦੇ ਵਿੱਚ ਵਿਅੰਗ ਨੂੰ ਕਹਿੰਦੇ ਨੇ। ਇਹਦੇ ਵਿੱਚ ਲਗਭਗ 85-86 ਕਵਿਤਾਵਾਂ ਨੇ ਤੇ ਸਾਰੀਆਂ ਜਿਹੜੀਆਂ ਕਵਿਤਾਵਾਂ ਨੇ ਉਹ ਵਿਅੰਗਮਈ ਨੇ, ਸਾਰੀਆਂ ਵਿਅੰਗਮਈ ਨੇ। ਇਹਨਾਂ ਚੋਂ ਮੈਂ ਇੱਕ ਤੁਹਾਨੂੰ ਸੁਣਾ ਦਿੰਦਾ ਹੈਗਾ। ਕਵਿਤਾ ਦਾ ਉਨਵਾਨ ਹੈ ਗਿਵ ਐਂਡ ਟੇਕ। ਅਸੀਂ ਰੱਬ ਨਾਲ ਵੀ ਤਜਾਰਤੀ ਰਿਸ਼ਤਾ ਬਣਾ ਲਿਆ। ਤਜਾਰਤੀ ਮਤਲਬ ਵਪਾਰ ਵਾਲਾ। ਜੀ। ਅਸੀਂ ਰੱਬ ਨਾਲ ਵੀ ਤਜਾਰਤੀ ਰਿਸ਼ਤਾ ਬਣਾ ਲਿਆ, ਮੱਥੇ ਟੇਕ ਭੇਟਾ ਚੜਾ, ਉਹਨੂੰ ਆਖਦੇ ਆ ਤੂੰ ਸਾਡਾ ਕੰਮ ਕਰ, ਅਸੀਂ ਤੇਰਾ ਕਰਾਂਗੇ। ਵਾਹ, ਕੀ ਬਾਤ ਹੈ ਜੀ, ਬਿਲਕੁਲ ਹੋਰ ਵੀ ਆਉਣੀ ਚਾਹੀਦੀ ਹੈ। ਇੱਕ ਇਹਦੇ ਚੋਂ ਕਵਿਤਾ ਹੈ ਯੂ ਟਰਨ। ਸਮਝਦੇ ਹੋ? ਮੈਨੂੰ ਇਹਦੇ ਚ ਪੰਜਾਬੀ ਦਾ ਕੋਈ ਢੁਕਵਾਂ ਸ਼ਬਦ ਨਹੀਂ ਮਿਲਿਆ, ਇਸ ਕਰਕੇ ਮੈਂ ਇਸ ਕਵਿਤਾ ਦਾ ਨਾਮ ਅੰਗਰੇਜ਼ੀ ਦੇ ਵਿੱਚ ਇਹਦਾ ਨਾਮਕਰਨ ਕੀਤਾ ਹੈ ਯੂ ਟਰਨ। ਅਰਜ਼ ਕੀਤਾ ਕਿ ਅਸੀਂ ਮਾਰਨਿੰਗ ਵਾਕ ਵਿੱਚ ਸ਼ਾਰਟਕਟ ਭਾਲਣ ਵਾਲੇ ਲੋਕ। ਅਸੀਂ ਮਾਰਨਿੰਗ ਵਾਕ ਵਿੱਚ ਸ਼ਾਰਟਕਟ ਭਾਲਣ ਵਾਲੇ ਲੋਕ, ਕੀ ਬਾਤ ਹੈ, ਬਹੁਤ ਸੋਹਣਾ ਬਿੰਦ। ਅਸੀਂ ਮਾਰਨਿੰਗ ਵਾਕ ਵਿੱਚ ਸ਼ਾਰਟਕਟ ਭਾਲਣ ਵਾਲੇ ਲੋਕ ਧਰਮ ਪੰਧ ਤੇ ਤੁਰਨੋਂ ਇਨਕਾਰੀ ਹੋ ਗਏ ਆ। ਪੰਧ ਜਿਹੜਾ ਇੱਕ ਕਦਮ ਨਾਲ ਮੁਕਾਇਆ ਜਾ ਸਕਦਾ ਸੀ, ਹੁਣ ਕਦੇ ਨਹੀਂ ਮੁੱਕਣਾ। ਕਿਉਂਕਿ ਹੁਣ ਜੋ ਅਸੀਂ ਸੂਰਜ ਵੱਲ ਪਿੱਠ ਕਰਕੇ ਆਪਣੇ ਪਰਛਾਵੇਂ ਨੂੰ ਫੜਨ ਲਈ ਪਿੱਛਲ ਪੈਰੀ ਤੁਰ ਗਏ। ਕੀ ਬਾਤ ਹੈ, ਬਹੁਤ ਅੱਛੇ। ਇਹ ਸਮਝਣ ਦੀ ਗੱਲ ਹੈ ਪਿਆਰੇ ਦਰਸ਼ਕੋ, ਮਤਲਬ ਇਸ ਦੇ ਵਿੱਚ ਵਿਅੰਗ ਜਿਹੜਾ ਹੈ ਉਹ ਸਮਝਣਾ ਪਏਗਾ। ਪਹਿਲੀ ਗੱਲ ਕਿ ਰੱਬ ਨਾਲ ਤਜਾਰਤੀ ਰਿਸ਼ਤੇ ਦੀ ਗੱਲ ਹੋਗੀ, ਔਰ ਦੂਸਰੀ ਗੱਲ ਕਿ ਅਸੀਂ ਆਪਣੇ ਪਰਛਾਵੇਂ ਨੂੰ ਫੜਨ ਲਈ ਪਿੱਛਲ ਪੈਰੀ ਹੋ ਗਏ। ਸਵਾਮੀ ਜੀ, ਮੈਂ ਤੁਹਾਡੀ ਕਵਿਤਾ ਦੀ ਇੱਕ ਸਿਖਰ ਹੈ, ਮੈਂ ਉਸ ਸਿਖਰ ਵਾਲੀ ਕਵਿਤਾ ਸੁਣਨਾ ਚਾਹੁੰਦਾ। ਬਾਲਟੀ ਰੇਲਵੇ ਸਟੇਸ਼ਨ ਜੀ। ਮੈਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਉਸ ਕਵਿਤਾ ਦਾ ਸਿਖਰ ਸੁਣਨਾ ਚਾਹੁੰਦਾ। ਤੁਹਾਡੀਆਂ ਕਵਿਤਾਵਾਂ ਦੇ ਸਿਖਰ ਦੇ ਵਿੱਚੋਂ ਕਵਿਤਾ ਜਿਹੜੀ ਹੈ ਮੈਨੂੰ ਜ਼ਰੂਰ ਸੁਣਾਓ। ਠੀਕ ਹੈ ਜੀ। ਕਵਿਤਾ ਦਾ ਉਨਵਾਨ ਸੀ ਨਪੁੰਸਕ। ਕਵਿਤਾ ਸਿਰਫ ਇੰਨੀ ਕਹਿ ਕਿ ਕੁਝ ਬੰਦੇ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਤੇ ਟੰਗੀਆਂ ਲਾਲ ਬਾਲਟੀਆਂ ਜੇ ਹੁੰਦੇ ਨੇ। ਦੁਬਾਰਾ ਇੱਕ ਵਾਰੀ ਮੁਕਰਰ। ਕੁਝ ਬੰਦੇ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਤੇ ਟੰਗੀਆਂ ਲਾਲ ਬਾਲਟੀਆਂ ਜੇ ਹੁੰਦੇ ਨੇ, ਜਿਨ੍ਹਾਂ ਦੇ ਬਾਹਰ ਤਾਂ ਲਿਖਿਆ ਹੁੰਦਾ ਏ ਅੱਗ, ਪਰ ਅੰਦਰ ਭਰੀ ਹੁੰਦੀ ਹੈ ਨਿਰੀ ਰੇਤ। ਵਾਹ, ਕੀ ਬਾਤ ਹੈ ਡਾਕਟਰ ਸਾਹਿਬ। ਕਿਤਾਬਾਂ ਦਾ ਜ਼ਿਕਰ ਕਰੀਏ ਤਾਂ ਹੁਣ ਤੱਕ ਕਿਹੜੀ ਵਿਧਾ ਦੇ ਵਿੱਚ ਗਿਣਤੀ ਦੇ ਪੱਖੋਂ ਕਿੰਨੀਆਂ ਕਿਤਾਬਾਂ ਆ ਚੁੱਕੀਆਂ ਨੇ? ਇੱਕ ਤਾਂ ਜਿਹੜੀ ਹੁਣੇ ਪ੍ਰਕਾਸ਼ਿਤ ਹੋਈ ਹੈ, ਮੈਂ ਕਿਤਾਬ ਦਿਖਾ ਦੇਣੀ ਚਾਹੁੰਦਾ, ਔਰ ਇਸ ਦਾ ਟਾਈਟਲ ਬੜਾ ਕਮਾਲ ਦਾ ਹੈ, ਬੰਦਾ ਮਾਰਨਾ ਕਿਹੜਾ ਸੌਖਾ ਕੰਮ ਹੈ। ਇਹ ਬਹੁਤ ਕਮਾਲ ਦੀ ਹੈ, ਇਹ ਕਹਾਣੀਆਂ ਦੀ ਕਿਤਾਬ ਹੈ। ਡਾਕਟਰ ਸਾਹਿਬ, ਕਿੰਨੀਆਂ ਕਿਤਾਬਾਂ ਆ ਚੁੱਕੀਆਂ ਨੇ ਹੁਣ ਤੱਕ, ਕਿਹੜੀ ਵਿਧਾ? ਕਿਤਾਬਾਂ ਦੀ ਜੇ ਮੈਂ ਗਿਣਤੀ ਦੱਸਾਂ ਤਾਂ ਹੁਣ ਤੱਕ ਲਗਭਗ 19 ਕਿਤਾਬਾਂ ਨੇ ਜਿਹੜੀਆਂ ਕਿ ਮੈਂ ਆਪ ਲਿਖੀਆਂ ਹੈਗੀਆਂ ਨੇ, ਹਨਾ। 19 ਕਿਤਾਬਾਂ। ਬਾਕੀ ਹੋਰ ਕਿਤਾਬਾਂ ਦੇ ਵਿੱਚ ਕਈਆਂ 'ਚ ਸਹਿ ਲੇਖਕ ਵੀ ਹੈਗਾ, ਉਹ ਨਾਲ ਵੀ ਹੈਗੇ ਨੇ। ਮੇਰੀਆਂ ਆਪਣੀਆਂ ਜਿਹੜੀਆਂ ਨੇ ਉਹ ਲਗਭਗ 19 ਕਿਤਾਬਾਂ ਨੇ। ਤੇ ਜੇ ਵਿਧਾਵਾਂ ਦੀ ਗੱਲ ਕਰਾਂ ਤਾਂ ਮੈਨੂੰ ਇਹ ਲੱਗਦਾ ਕਿ ਮੈਂ ਲਗਭਗ ਜਿੰਨੀਆਂ ਵੀ ਵਿਧਾਵਾਂ ਹੈਗੀਆਂ ਨੇ ਸਾਰੀਆਂ ਵਿਧਾਵਾਂ ਦੇ ਵਿੱਚ ਲਿਖਿਆ। ਮੈਂ ਕਹਾਣੀ ਵੀ ਲਿਖਦਾ, ਮਿੰਨੀ ਕਹਾਣੀ ਵੀ ਲਿਖਦਾ, ਨਾਟਕ ਵੀ ਲਿਖਦਾ, ਸਕਿੱਟ ਵੀ ਲਿਖਦਾ, ਕਵਿਤਾ ਵੀ ਲਿਖਦਾ ਹੈਗਾ, ਹਨਾ। ਤੇ ਅਖਬਾਰਾਂ ਦੇ ਆਰਟੀਕਲ ਵੀ ਲਿਖਦੇ ਹੋ? ਅਖਬਾਰਾਂ 'ਚ ਆਰਟੀਕਲ ਤਾਂ ਹਾਂ ਛਪਦੇ ਰਹਿੰਦੇ ਹੈਗੇ ਨੇ। ਤੇ ਹੁਣੇ ਪਿੱਛੇ ਜੇ ਮੈਂ ਅਨੁਵਾਦ ਦਾ ਕੰਮ ਸ਼ੁਰੂ ਕੀਤਾ ਹੈਗਾ, ਤੇ ਮਤਲਬ ਇੱਕ ਕਿਤਾਬ ਹੈ ਪਲੇਟੋ ਦੀ ਦਾ ਟ੍ਰਾਇਲ ਆਫ ਸੋਕਰਟੀਜ਼, ਸੁਕਰਾਤ ਤੇ ਉਹਦੀ ਮੌਤ ਜਿਹੜਾ ਹੈ ਉਹਦਾ ਅਨੁਵਾਦ ਮੈਂ ਦਰਸ਼ਕਾਂ ਨੂੰ ਉਹ ਕਿਤਾਬ ਦਿਖਾ ਦੇਣੀ ਚਾਹੁੰਦਾ। ਦੁਨੀਆ ਦਾ ਵਡਮੁੱਲਾ ਵਿਅਕਤੀ ਸੁਕਰਾਤ, ਸੱਚ ਬੋਲਣ ਕਰਕੇ ਜ਼ਹਿਰ ਪੀਣੀ ਪਈ, ਜ਼ਹਿਰ ਦਾ ਪਿਆਲਾ ਜੀ। ਉਸ ਵਕਤ ਦੇ ਰੋਮ ਦੇ ਵਿੱਚ ਸੁਕਰਾਤ ਦਾ ਮੁਕੱਦਮਾ ਅਤੇ ਮੌਤ, ਇਹ ਪਲੇਟੋ ਜਿਹੜਾ ਉਸ ਦਾ ਸ਼ਾਗਿਰਦ ਸੀ, ਪਲੇਟੋ ਸ਼ਾਗਿਰਦ ਸੀ ਸੁਕਰਾਤ ਦਾ। ਇਹ ਉਸ ਦੁਆਰਾ ਲਿਖੀ ਹੋਈ ਅੰਗਰੇਜ਼ੀ ਦੀ ਕਿਤਾਬ ਸੀਗੀ, ਪਰ ਉਸ ਦਾ ਪੰਜਾਬੀ ਦੇ ਵਿੱਚ ਤਰਜਮਾ ਜਿਹੜਾ ਹੈ ਉਹ ਡਾਕਟਰ ਸਵਾਮੀ ਸਰਬਜੀਤ ਹੋਰਾਂ ਨੇ ਕੀਤਾ। ਪੜ੍ਹਨ ਵਾਲੀ ਕਿਤਾਬ ਹੈ ਦੋਸਤੋ, ਬਹੁਤ ਕਮਾਲ ਦੀ ਕਿਤਾਬ ਹੈ। ਸੁਕਰਾਤ ਦਾ ਮੁਕੱਦਮਾ ਅਤੇ ਮੌਤ,
ਇਹ ਦੁਨੀਆ ਦਾ ਇਤਿਹਾਸਕ ਦਸਤਾਵੇਜ਼ ਹੈ ਜਿਹੜਾ ਇਸ ਵਕਤ ਪੰਜਾਬੀ ਦੇ ਵਿੱਚ ਸਾਡੇ ਕੋਲੇ ਉਪਲਬਧ ਹੈ ਡਾਕਟਰ ਸਵਾਮੀ ਸਰਬਜੀਤ ਹੋਰਾਂ ਦੀ ਕਲਮ ਤੋਂ। ਉਸ ਤੋਂ ਅਗਲੇਰੀ ਨਾਟਕ ਟੋਨੀ ਬਾਤਿਸ਼ ਦੇ ਜ਼ਿਕਰ ਤੋਂ ਬਿਨਾਂ ਕਦੇ ਵੀ ਪੰਜਾਬੀ ਰੰਗਮੰਚ ਦਾ ਜ਼ਿਕਰ ਪੂਰਾ ਨਹੀਂ ਹੋ ਸਕਦਾ। ਇਹ ਤੁਹਾਡੇ ਧਿਆਨ ਹਿੱਤ ਦੱਸ ਦਿੰਨਾ, ਬਠਿੰਡਾ ਉਹ ਟਿੱਬਿਆਂ ਵਾਲਾ ਮਾਲਵੇ ਦਾ ਗੜ੍ਹ ਬਠਿੰਡੇ ਦੇ ਸ਼ਹਿਰ ਦੇ ਵਿੱਚ ਜਗਦੀਸ਼ ਫਰਿਆਦੀ ਹੋਰਾਂ ਦੇ ਪੁੱਤਰ ਟੋਨੀ ਬਾਤਿਸ਼, ਜਗਦੀਸ਼ ਫਰਿਆਦੀ ਉਸ ਵਕਤ ਦੇ ਕਮਾਲ ਦੇ ਓਪੇਰਾ ਕਰਨ ਵਾਲੇ ਸਾਡੇ ਪੰਜਾਬ ਦੇ ਕਮਾਲ ਦੇ ਮਤਲਬ ਵਿਅਕਤੀਤਵ, ਔਰ ਉਹਨਾਂ ਦੇ ਪੁੱਤਰ ਟੋਨੀ ਬਾਤਿਸ਼, ਜਨਾਬ ਟੋਨੀ ਬਾਤਿਸ਼ ਜਿਹੜੇ ਮਰਹੂਮ ਨੇ ਇਸ ਵਕਤ, ਉਹਨਾਂ ਦੇ ਜਿਹੜੇ ਨਾਟਕ ਨੇ, ਉਹਨਾਂ ਨਾਟਕਾਂ ਦੀ ਕਿਤਾਬ ਜਿਹੜੀ ਹੈ ਕੁਰਸੀ, ਕ ਪਲੱਸ ਰ ਪਲੱਸ ਸ, ਕੁਰਸੀ, ਕੁਰਸੀ ਕਿਤਾਬ। ਕੁਰਸੀ ਤੋਂ ਤੁਸੀਂ ਸਮਝ ਲਓਗੇ ਕਿ ਕਿਤਾਬ ਜਾਂ ਇਸ ਦੇ ਨਾਟਕ ਜਾਂ ਇਸ ਦੀਆਂ ਲਿਖਤਾਂ ਕਿੱਧਰ ਨੂੰ ਇਸ਼ਾਰਾ ਕਰਦੀਆਂ ਹੋਣਗੀਆਂ। ਮਸਲਾ ਕੁਰਸੀ ਕਵੀ 122 ਆ ਗਿਆ, ਵੋਟਾਂ ਆਉਣ ਵਾਲੀਆਂ ਨੇ। ਜੀ ਡਾਕਟਰ ਸਾਹਿਬ ਤੁਸੀਂ ਕੰਟੀਨਿਊ ਕਰੋ। ਕਿੰਨੀਆਂ ਕਿਤਾਬਾਂ? ਲਗਭਗ 19 ਦੇ ਕਰੀਬ ਕਿਤਾਬਾਂ, ਛੋਟੀ ਉਮਰੇ ਬਾਈ, ਫਿਰ ਇੰਨਾ ਕਿਵੇਂ ਚੱਲਦਾ ਹੁੰਦਾ ਅੰਦਰ ਇਹਨਾਂ ਕੋਲ? ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ, ਕੁਦਰਤ ਜਿਹੜੀ ਹੈਗੀ ਆ ਨਾ, ਕੁਦਰਤ ਹੀ ਤੁਹਾਨੂੰ ਸੇਧ ਦਿੰਦੀ ਹੈਗੀ ਹੈ ਹਨਾ। ਬੰਦਾ ਸਿਰਫ ਯਤਨ ਕਰ ਸਕਦਾ ਹੈਗਾ, ਕੁਦਰਤ ਤੁਹਾਨੂੰ ਹਲੂਣਦੀ ਹੈ, ਕੁਦਰਤ ਤੁਹਾਨੂੰ ਝੰਜੋੜਦੀ ਹੈਗੀ ਹੈ, ਤੁਹਾਡੇ ਤੋਂ ਕੁਦਰਤ ਹੀ ਕਰਵਾਉਂਦੀ ਹੈਗੀ ਹੈ ਜਿਹੜਾ ਕੁਝ ਕਰਵਾਉਂਦੀ ਹੈ ਹਨਾ। ਮੈਂ ਜੇ ਕਹਾਂ ਤਾਂ ਮੇਰੀ ਇਹ ਸਮਰੱਥਾ ਨਹੀਂ ਹੈਗੀ ਕਿ ਮੈਂ ਇੰਨਾ ਕੁਝ ਕਰ ਸਕਦਾ ਹਨਾ, ਕੁਦਰਤ ਨੇ ਇਹ ਮੈਥੋਂ ਕਰਵਾ ਲਿਆ। ਹੁਣ ਜੇ ਮੈਂ ਕਹਾਂ ਲਗਭਗ ਹੁਣ 10-12 ਕਿਤਾਬਾਂ ਨੇ ਜਿਹੜੀਆਂ ਸਾਲ 2022 ਦੇ ਵਿੱਚ ਮੈਂ ਪਲਾਨ ਕੀਤੀਆਂ ਹੋਈਆਂ ਨੇ, 10-12 ਕਿਤਾਬਾਂ ਹੋਰ ਜਿਹੜੀਆਂ ਨੇ ਛਪ ਕੇ ਆ ਜਾਣਗੀਆਂ, ਤੇ ਇਹ ਕੁਦਰਤ ਦੀ ਮਿਹਰ ਹੈ ਮੇਰੇ ਸਿਰ ਤੇ ਹਨਾ। ਮੈਂ ਕਹੂੰਗਾ ਮੈਂ ਮਿੰਨੀ ਕਹਾਣੀ ਵੱਲ ਆਉਣਾ ਕਿਉਂਕਿ ਵਕਤ ਬਹੁਤ ਘੱਟ ਹੈ ਪਿਆਰੇ ਦਰਸ਼ਕੋ, ਪ੍ਰੋਗਰਾਮ ਨੂੰ ਜਲਦੀ ਕਰਨਾ ਚਾਹੁੰਦਾ ਕਿਉਂਕਿ ਅਖੀਰਲਾ ਸੈਗਮੈਂਟ ਹੈ ਸਾਡੇ ਕੋਲ। ਮਿੰਨੀ ਕਹਾਣੀ, ਸਵਾਮੀ ਸਰਬਜੀਤ ਹੋਰੀ ਜਿੱਥੇ ਵੱਡੀਆਂ ਕਹਾਣੀਆਂ ਲਿਖਦੇ ਨੇ, ਬੰਦਾ ਮਾਰਨਾ ਕਿਹੜਾ ਸੌਖਾ ਕੰਮ ਹੈ, ਵੱਡੀ ਕਹਾਣੀਆਂ ਦੀ ਕਿਤਾਬ ਹੈ। ਮਿੰਨੀ ਕਹਾਣੀ ਬੜੀ ਕਮਾਲ ਦੀ ਲਿਖਦੇ ਆ ਜੀ। ਮੇਰੀ ਜਿਹੜੀ ਪਹਿਲੀ ਕਿਤਾਬ ਸੀ ਛਪ ਕੇ ਆਈ, ਉਹ ਘੁੱਗੂ ਘਾਂਗੜੇ ਸੀ ਹਨਾ, ਮਿੰਨੀ ਕਹਾਣੀਆਂ ਦੀ ਕਿਤਾਬ। ਉਹਦੇ ਚੋਂ ਮੈਂ ਇੱਕ ਜਿਹੜੀ ਕਹਾਣੀ ਹੈ, ਮਿੰਨੀ ਕਹਾਣੀ ਛੋਟੀ ਜਿਹੜੀ ਹੁੰਦੀ ਹੈ, ਉਹ ਮੈਂ ਪੜ੍ਹ ਕੇ ਤੁਹਾਨੂੰ ਸੁਣਾ ਦਿੰਦਾ ਜੀ। ਕਹਾਣੀ ਦਾ ਸਿਰਲੇਖ ਹੈ ਮਖੌਟਿਆਂ ਵਾਲਾ ਭਾਈ। ਮਖੌਟਿਆਂ ਵਾਲਾ ਭਾਈ ਜੀ। ਉਹਦੇ ਕੋਲ ਮਖੌਟੇ ਸਨ, ਕਈ ਮਖੌਟੇ, ਰੰਗ ਬਰੰਗੇ ਵੱਖ-ਵੱਖ ਜਾਨਵਰਾਂ ਦੀਆਂ ਸ਼ਕਲਾਂ ਨਾਲ ਮਿਲਦੇ ਜੁਲਦੇ ਮਖੌਟੇ। ਇਹ ਮਖੌਟੇ ਉਹਨੇ ਬੜੀ ਮਿਹਨਤ ਨਾਲ ਆਪਣੇ ਹੱਥੀਂ ਬਣਾਏ ਸਨ ਆਪਣੇ ਲਈ। ਉਹ ਹਮੇਸ਼ਾ ਹੀ ਮਖੌਟਾ ਪਹਿਨ ਕੇ ਰੱਖਦਾ, ਸਮਾਂ ਸਥਾਨ ਤੇ ਸਥਿਤੀ ਅਨੁਸਾਰ ਉਹ ਮਖੌਟਾ ਬਦਲ ਲੈਂਦਾ। ਉਹ ਮਖੌਟਾ ਬਦਲਣ ਵਿੱਚ ਵੀ ਬਹੁਤ ਮਾਹਿਰ ਸੀ। ਜਦੋਂ ਉਹ ਆਪਣੇ ਬੌਸ ਕੋਲੇ ਹੁੰਦਾ ਤਾਂ ਭਿੱਜੀ ਬਿੱਲੀ ਵਾਲਾ ਮਖੌਟਾ ਪਹਿਨਦਾ, ਆਪਣੇ ਬੱਚਿਆਂ ਸਾਹਮਣੇ ਸਿਆਣੇ ਕਾਂ ਵਾਲਾ ਮਖੌਟਾ ਨਾ ਉਤਾਰਦਾ। ਤਾਕਤਵਰ ਲੋਕਾਂ ਅੱਗੇ ਗਿੱਦੜ ਦਾ ਤੇ ਕਮਜ਼ੋਰ ਲੋਕਾਂ ਅੱਗੇ ਸ਼ੇਰ ਦਾ ਮਖੌਟਾ ਪਹਿਨ ਕੇ ਰੱਖਦਾ। ਰਾਤੀ ਪਤਨੀ ਦੇ ਬੈੱਡ ਉੱਤੇ ਜਾਣ ਸਮੇਂ ਉਹ ਕੁੱਤੇ ਵਾਲਾ ਮਖੌਟਾ ਪਹਿਨ ਲੈਂਦਾ। ਪਤਨੀ ਦੀ ਰਜ਼ਾਮੰਦੀ ਮਿਲਦੇ ਆ ਉਹ ਫਟਾਫਟ ਕੁੱਤੇ ਦਾ ਮਖੌਟਾ ਉਤਾਰ ਕੇ ਭੇੜੀਏ ਦਾ ਮਖੌਟਾ ਪਾ ਲੈਂਦਾ। ਦਿਨ ਚੜ੍ਹਦੇ ਉਹ ਪਤਨੀ ਨੂੰ ਕਦੇ ਸ਼ੇਰ ਤੇ ਕਦੇ ਹਾਥੀ ਦਾ ਮਖੌਟਾ ਲਾ ਕੇ ਦਿਖਾਉਂਦਾ। ਉਹ ਹਮੇਸ਼ਾ ਮਖੌਟਾ ਪਾ ਕੇ ਰੱਖਣ ਦਾ ਆਦੀ ਹੋ ਗਿਆ। ਹੁਣ ਜਦੋਂ ਵੀ ਉਹ ਸ਼ੀਸ਼ੇ ਸਾਹਮਣੇ ਜਾ ਕੇ ਸਾਰੇ ਮਖੌਟੇ ਲਾ ਕੇ ਅਸਲ 'ਚ ਆਪਣਾ ਚਿਹਰਾ ਦੇਖਦਾ ਤਾਂ ਸ਼ੀਸ਼ੇ 'ਚ ਦਿਸਦਾ ਸ਼ਖਸ ਉਹਦੀ ਪਛਾਣ 'ਚ ਨਹੀਂ ਆਉਂਦਾ। ਓਏ ਕੀ ਬਾਤ ਹੈ। ਉਹ ਸ਼ਖਸ ਉਹ ਸ਼ੀਸ਼ੇ ਵਿਚਲੇ ਸ਼ਖਸ ਤੋਂ ਅਕਸਰ ਹੀ ਪੁੱਛਦਾ, ਤੂੰ ਕੌਣ? ਤੂੰ ਕੌਣ? ਕੀ ਬਾਤ ਹੈ ਪਿਆਰੇ ਦਰਸ਼ਕੋ, ਕਮਾਲ ਦੀ ਕਹਾਣੀ ਮਖੌਟਿਆਂ ਵਾਲਾ ਭਾਈ। ਤੇ ਸੱਚਮੁੱਚ ਜੇ ਇਹ ਅਤਕਥਨੀ ਨਹੀਂ ਹੋਵੇਗੀ, ਅਸੀਂ ਸਾਰੇ ਅੱਜ ਮਖੌਟਿਆਂ ਵਾਲੇ ਭਾਈ ਬਣ ਚੁੱਕੇ ਹਾਂ। ਅਸੀਂ ਸੰਸਾਰਿਕ ਵਿਹਾਰ ਦੇ ਵਿੱਚ ਚੱਲਦੇ ਅਸਲ ਕਿਤੇ ਗਵਾ ਲਿਆ। ਡਾਕਟਰ ਸਾਹਿਬ ਮੈਂ ਚਾਹਾਂਗਾ ਕਿ ਗੀਤਾਂ ਦੀ ਸਾਂਝ ਪਾਈ ਜਾਵੇ ਜੀ। ਇਰਸ਼ਾਦ। ਜਿਵੇਂ ਤੁਸੀਂ ਪਹਿਲਾਂ ਹੀ ਜ਼ਿਕਰ ਕੀਤਾ ਕਿ ਜਿਹੜੇ ਮੇਰੇ ਗੀਤ ਨੇ, ਮੈਂ ਸਿਰਫ ਆਪਣੇ ਗੀਤ 'ਚ ਇੱਕੋ ਮੇਰਾ ਮਕਸਦ ਹੁੰਦਾ, ਇੱਕੋ ਟੀਚਾ, ਇੱਕੋ ਮੰਤਵ ਹੁੰਦਾ ਕਿ ਮੇਰਾ ਗੀਤ ਸੁਣਨ ਤੋਂ ਬਾਅਦ ਕਿਸੇ ਨਾ ਕਿਸੇ ਨੂੰ ਸੇਧ ਜ਼ਰੂਰ ਮਿਲੇ। ਮੈਂ ਜਿਵੇਂ ਕਹਿ ਰਿਹਾ ਸੀ ਦਰਸ਼ਕੋ ਕਿ ਡਾਕਟਰ ਸਵਾਮੀ ਸਰਬਜੀਤ ਹੋਰਾਂ ਦੇ ਗੀਤ ਚੱਕ ਲੋ ਧਰ ਲੋ ਵਾਲੇ ਨਹੀਂ ਹੁੰਦੇ, ਪਰ ਸਵਾਮੀ ਸਰਬਜੀਤ ਹੋਰਾਂ ਦੀ ਕਿਤਾਬ ਜ਼ਰੂਰ ਹੈ ਜੀ। ਇੱਕ ਚੱਕ ਲੋ ਧਰ ਦੋ ਇਹ ਕਿਤਾਬ ਹੈ। ਇਹ ਵਿਅੰਗ ਹੈ ਜੀ ਮੇਰੇ ਖਿਆਲ 'ਚ, ਸਕਿੱਟ ਸੰਗ੍ਰਹਿ, ਸਕਿੱਟ ਜਿਹੜੇ ਕਿ ਹਾਸ ਵਿਅੰਗ ਦੀ ਇੱਕ ਵਿਧਾ ਹੈ ਸਕਿੱਟ, ਇਹ ਉਸ ਦੀ ਕਿਤਾਬ ਹੈ। ਚੱਕ ਲੋ ਧਰ ਲੋ। ਤੇ ਇੱਕ ਹੋਰ ਬੜੀ ਖੂਬਸੂਰਤ ਕਿਤਾਬ ਹੈ ਡਾਕਟਰ ਸਵਾਮੀ ਸਰਬਜੀਤ ਹੋਰਾਂ ਦੀ, ਇਹਦੇ ਉੱਤੇ ਛਪਿਆ ਹੋਇਆ ਉੱਲੂ, ਤੇ ਕਿਤਾਬ ਦਾ ਨਾਮ ਹੈ ਜੀ ਬਕਵਾਸ ਕਿਤਾਬ। ਕਿਤਾਬ ਦਾ ਨਾਮ ਬਕਵਾਸ ਕਿਤਾਬ ਹੈ, ਇਸੇ ਕਰਕੇ ਇਹ ਪੜ੍ਹਨਯੋਗ ਕਿਤਾਬ ਹੈ। ਇੱਕ ਹੋਰ ਕਿਤਾਬ ਦਾ ਮੈਂ ਜ਼ਿਕਰ ਕਰ ਦੇਵਾਂ ਜਿਹੜੀ ਮੇਰੇ ਬਹੁਤ ਨੇੜੇ ਹੈ ਕਿਤਾਬ, ਇਹ ਰੰਗਾਂ ਦੀ ਰਾਸ ਲੀਲਾ। ਇਸ ਕਿਤਾਬ ਦਾ ਟਾਈਟਲ ਇੰਨਾ ਖੂਬਸੂਰਤ ਹੈ, ਰੰਗਾਂ ਦੀ ਰਾਸ ਲੀਲਾ। ਆਓ ਜੀ ਫਿਰ ਚੱਕ ਲੋ ਧਰ ਲੋ ਵਾਲੇ ਗੀਤਾਂ ਤੋਂ ਦੂਰ ਹੁੰਦੇ ਹੋਏ ਆਪਾਂ ਤੁਹਾਡੀ ਕਲਮ ਦੇ ਗੀਤ ਦੀ ਸਾਂਝ ਪਾਈਏ ਸਾਡੇ ਦਰਸ਼ਕਾਂ ਨਾਲ। ਗੁਣਗੁਣਾ ਕੇ ਸੁਣਾ। ਹਾਂ ਬਿਲਕੁਲ, ਤਰਨਮ ਦੇ ਵਿੱਚ। ਰੱਖ ਵਿਸ਼ਵਾਸ ਤੂੰ ਆਪਣੇ ਆਪ ਤੇ, ਰੱਖ ਨਾ ਆਸ ਬੇਗਾਨੀ, ਤੂੰ ਤੇਰੇ ਵਰਗਾ ਯਾਰਾ
ਤੇਰੇ ਵਰਗਾ ਨਾ ਕੋਈ ਯਾਰਾ ਨਾ ਕੋਈ ਤੇਰਾ ਸਾਨੀ, ਰੱਖ ਵਿਸ਼ਵਾਸ ਤੂੰ ਆਪਣੇ ਆਪ ਤੇ, ਰੱਖ ਨਾ ਆਸ ਬੇਗਾਨੀ। ਬੰਦਾ ਤਾਂ ਕਦੇ ਹਾਰਦਾ ਹੀ ਨਹੀਂ, ਜਾਂ ਉਹ ਜਿੱਤਦਾ ਜਾਂ ਉਹ ਸਿੱਖਦਾ, ਝੂਠੇ ਹੋਵਣ ਲੱਖ ਕਰੋੜੀ, ਅੰਤ ਨੂੰ ਆਖਰ ਸੱਚ ਹੀ ਜਿੱਤਦਾ। ਆਪਣੀ ਡੋਰ ਤੂੰ ਆਪੇ ਬਣ ਫਿਰ, ਚੜੂ ਗੁੱਡੀ ਅਸਮਾਨੀ। ਆਪਣੀ ਡੋਰ ਤੂੰ ਆਪੇ ਬਣ ਫਿਰ, ਚੜੂ ਗੁੱਡੀ ਅਸਮਾਨੀ। ਰੱਖ ਵਿਸ਼ਵਾਸ ਤੂੰ ਆਪਣੇ ਆਪ ਤੇ, ਰੱਖ ਨਾ ਆਸ ਬੇਗਾਨੀ। ਇੱਕ ਗੀਤ ਦੀ ਹੋਰ ਸਾਂਝ ਪਾਈਏ ਆਪਾਂ, ਇੱਕ ਸਥਾਈ ਅੰਤਰਾ। ਮੇਰੇ ਖਿਆਲ ਚ ਕਾਮਿਆਂ ਦਾ ਇੱਕ ਗੀਤ ਸੀਗਾ, ਤੁਸੀਂ ਬੜਾ ਖੂਬਸੂਰਤ ਗੀਤ ਲਿਖਿਆ ਸੀ, ਮੇਰੇ ਜ਼ਿਹਨ ਦੇ ਵਿੱਚ ਹੈ ਜੀ। ਮੇਰੇ ਕੋਲੇ ਅੱਜ ਮੇਰੀ ਵਕਤ ਡਫਲੀ ਘੱਟ ਨਹੀਂ ਹੈ। ਹੈਗੀ, ਨਹੀਂ ਤਾਂ ਹਾਂ ਮੈਂ ਇੱਕ ਹੋਰ ਸਾਂਝ ਪਵਾ ਦਿੰਨਾ। ਡਾਕਟਰ ਸਵਾਮੀ ਸਰਬਜੀਤ ਹੋਰੀ ਸਾਰੇ ਦੇ ਸਾਰੇ ਨਹੀਂ ਕਹਿ ਸਕਦੇ, ਪਰ ਬਹੁਤ ਸਾਰੇ ਮਿਊਜ਼ਿਕ ਇਨਸਟਰੂਮੈਂਟ ਨੇ ਜਿਹੜੇ ਉਹ ਪਲੇ ਕਰਦੇ ਨੇ। ਹਾਰਮੋਨੀਅਮ, ਤੂੰਬੀ, ਇਹਨਾਂ ਦੇ ਫਾਦਰ ਸਾਹਿਬ ਵੀ ਬੜੀ ਸੋਹਣੀ ਤੂੰਬੀ ਬਣਾਉਂਦੇ ਆ। ਸੁਰਾਂ ਵਾਲੀ ਤੂੰਬੀ ਇਹਨਾਂ ਦੇ ਫਾਦਰ ਸਾਹਿਬ ਨੇ ਆਜ਼ਾਦ ਕੀਤੀ ਹੈ। ਡਾਕਟਰ ਅਮਰਜੀਤ ਸਿੰਘ, ਮਾਫ ਕਰਨਾ, ਅਮਰਜੀਤ ਸਿੰਘ ਉਦਮੀ ਹੋਰਾਂ ਨੇ ਜਿਹੜੇ ਇਹਨਾਂ ਦੇ ਫਾਦਰ ਸਾਹਿਬ ਨੇ। ਡਫਲੀ ਹਮੇਸ਼ਾ ਕੋਲ ਹੁੰਦੀ ਹੈ। ਮੈਂ ਕਹਿਣਾ ਭੁੱਲ ਗਿਆ ਕਿ ਆਪਣੀ ਡਫਲੀ ਨਾਲ ਲੈ ਕੇ ਆਓ, ਪਰ ਗੀਤ ਦੀ ਸਾਂਝ ਪਾਈਏ। ਜੀ ਜੀ। ਅਸੀਂ ਚਾਨਣ ਦਾ ਹੋਕਾ ਦੇਣ ਵਾਲੇ, ਨੇਰਿਆਂ ਤੋਂ ਨਹੀਂ ਡਰਦੇ। ਅਸੀਂ ਚਾਨਣ ਦਾ ਹੋਕਾ ਦੇਣ ਵਾਲੇ, ਨੇਰਿਆਂ ਤੋਂ ਨਹੀਂ ਡਰਦੇ। ਕਾਰਖਾਨਿਆਂ ਖੇਤਾਂ ਦੇ ਅਸੀਂ ਜਾਏ, ਭੁੱਖ ਨਾਲ ਨਿਤ ਲੜਦੇ। ਅਸੀਂ ਹੀ ਹਾਂ ਖੇਤਾਂ ਵਿੱਚੋਂ ਸੋਨਾ ਪੈਦਾ ਕਰਦੇ, ਚਾਂਦੀ ਦੇ ਆ ਛਿਲੜਾਂ ਦੇ ਵੱਟੇ ਫਿਰ ਧਰਦੇ। ਕਦੋਂ ਮਿਹਨਤਾਂ ਦਾ ਸੱਚਾ ਮੁੱਲ ਪੈਣਾ, ਉਹ ਦਿਨ ਦੀ ਉਡੀਕ ਕਰਦੇ। ਅਸੀਂ ਚਾਨਣ ਦਾ ਹੋਕਾ ਦੇਣ ਵਾਲੇ, ਨੇਰਿਆਂ ਤੋਂ ਨਹੀਂ ਡਰਦੇ, ਨੇਰਿਆਂ ਤੋਂ ਨਹੀਂ ਡਰਦੇ। ਇੱਕ ਦਿਨ ਆਉਣਾ ਕਹਿੰਦੇ ਰਾਜ ਸਾਡੇ ਲੋਕਾਂ ਦਾ, ਫੇਰ ਅੰਤ ਹੋਣਾ ਇਹਨਾਂ ਸਾਮਰਾਜੀ ਜੋਕਾਂ ਦਾ। ਇੱਕ ਝੰਡੇ ਹੇਠ ਇਕੱਠੇ ਹੋਣਾ ਸਾਥੀ, ਹੱਥ 'ਚ ਮਸ਼ਾਲਾਂ ਫੜ ਕੇ। ਔਰ ਇਸੇ ਦਾ ਇੱਕ ਅੰਤਰਾ ਹੈ ਇਸੇ ਗੀਤ ਦਾ, ਮੈਨੂੰ ਯਾਦ ਹੈ ਕਿ ਸਾਡੀ ਪਿੱਠ ਉੱਤੇ ਖੜੇ ਨਾਨਕ ਗੋਬਿੰਦ ਜੀ, ਰਾਜਗੁਰੂ ਸੁਖਦੇਵ ਅਤੇ ਭਗਤ ਸਿੰਘ ਜੀ। ਅਸੀਂ ਉਹਨਾਂ ਵਾਂਗੂ ਮੰਜ਼ਲਾਂ ਨੂੰ ਪਾਉਣਾ, ਹੱਥ 'ਚ ਮਸ਼ਾਲਾਂ ਫੜ ਕੇ। ਅਸੀਂ ਚਾਨਣਾ ਦਾ ਹੋਕਾ ਦੇਣ ਵਾਲੇ, ਨੇਰਿਆਂ ਤੋਂ ਨਹੀਂ ਡਰਦੇ। ਡਾਕਟਰ ਸਾਹਿਬ, ਜੇਕਰ ਤੁਹਾਡੀਆਂ ਕਿਤਾਬਾਂ, ਕਿਉਂਕਿ ਅੱਜ ਕੱਲ੍ਹ ਸਾਰਾ ਸਿਸਟਮ ਡਿਜੀਟਲ ਹੋ ਗਿਆ, ਆਨਲਾਈਨ ਹੋ ਚੁੱਕਿਆ, ਐਮਾਜ਼ਨ ਦੇ ਉੱਤੇ ਵੀ ਕਿਤਾਬਾਂ ਅਵੇਲੇਬਲ ਨੇ, ਕੀ ਤੁਹਾਡੀਆਂ ਕਿਤਾਬਾਂ ਨੇ ਜਿਹੜੀਆਂ ਸਾਡੇ ਦਰਸ਼ਕ ਜਿਹੜੇ ਬਾਹਰ ਬੈਠੇ ਆ, ਵਿਦੇਸ਼ੀਆਂ ਦੀ ਧਰਤੀ ਤੇ ਬੈਠੇ ਆ, ਕਿਸ ਤਰੀਕੇ ਨਾਲ ਤੁਹਾਡੀ ਕਿਤਾਬ ਤੱਕ ਪਹੁੰਚ ਕਰ ਸਕਦੇ ਆ? ਮੇਰੀਆਂ ਜਿਹੜੀਆਂ ਬਹੁਤੀਆਂ ਕਿਤਾਬਾਂ ਹੈਗੀਆਂ ਨੇ ਜੀ, ਉਹ ਤਾਂ ਆਊਟ ਆਫ ਸਟਾਕ ਨੇ। ਜੀ। ਠੀਕ ਹੈ, ਦੁਬਾਰਾ ਛਪਣ ਇਹ ਖੁਸ਼ੀ ਦੀ ਗੱਲ ਹੈ। ਦੁਬਾਰਾ ਛਪਣ ਜਾ ਰਹੀਆਂ ਨੇ। ਠੀਕ ਹੈ, ਤੇ ਉਸ ਤੋਂ ਬਾਅਦ ਅਸੀਂ ਇਹਨਾਂ ਦੀ ਜਿਹੜੀ ਹੈਗੀ ਹੈ ਆਨਲਾਈਨ ਇਹਨਾਂ ਨੂੰ ਉਹ ਕਰਾਂਗੇ, ਤਾਂ ਕਿ ਜਿਹੜੇ ਵੀ ਪਾਠਕ ਨਹੀਂ ਮੇਰੇ ਕਿਤਾਬਾਂ ਤੱਕ ਪਹੁੰਚ ਕਰ ਸਕਦੇ ਹੈਗੇ, ਉਹ ਆਨਲਾਈਨ ਜਿਹੜਾ ਹੈਗਾ ਐਮਾਜ਼ੋਨ ਵਗੈਰਾ ਤੋਂ ਉਹ ਕਿਤਾਬਾਂ ਜਿਹੜੀਆਂ ਨੇ ਉਹ ਪ੍ਰਾਪਤ ਕਰ ਸਕਦੇ ਹੈਗੇ ਨੇ। ਆ ਜਿਹੜੀ ਬੰਦਾ ਮਾਰਨਾ ਕਿਹੜਾ ਸੌਖਾ ਕੰਮ ਹੈ, ਇਹ ਹਾਲੇ ਹੁਣੇ ਆਈ ਹੈ ਕਿਤਾਬ, ਤੇ ਇਹਦੀਆਂ ਹਾਲੇ ਪਈਆਂ ਨੇ ਲਗਭਗ 400-500 ਕਾਪੀ। ਤੇ ਜਿਹੜੇ ਵੀ ਪਾਠਕ ਦਰਸ਼ਕ ਪਸੰਦ ਕਰਨ, ਇਹ ਕਿਤਾਬ ਜਿਹੜੀ ਹੈਗੀ ਹੈ ਪੜ੍ਹ ਸਕਦੇ ਨੇ। ਇਹਦੇ 'ਚ 5 ਲੰਮੀਆਂ ਕਹਾਣੀਆਂ ਨੇ। ਮੈਨੂੰ ਇਹ ਕਿਤਾਬ, ਜੇ ਨਿੱਜੀ ਰੂਪ 'ਚ ਕਹਾਂ ਤਾਂ ਮੈਨੂੰ ਇਹ ਕਿਤਾਬ ਬਹੁਤ ਪਸੰਦ ਹੈ। ਤੁਸੀਂ ਆਪਣਾ ਇੱਕ ਵਾਰੀ ਸੰਪਰਕ ਨੰਬਰ ਵੀ ਦੇ ਦਿਓ ਪਿਆਰੇ ਦਰਸ਼ਕੋ। ਮੈਂ ਇਹ ਪਹਿਲੀ ਵਾਰੀ ਹੋਇਆ ਕਿ ਮੈਂ ਕਿਸੇ ਮਹਿਮਾਨ ਦਾ ਸੰਪਰਕ ਨੰਬਰ ਤੁਹਾਡੇ ਨਾਲ ਸਾਂਝਾ ਕਰ ਰਿਹਾ, ਤਾਂ ਕਿ ਕਿਉਂਕਿ ਇਹਨਾਂ ਦੀ ਕਿਤਾਬ ਆਨਲਾਈਨ ਨਹੀਂ ਹੈਗੀ ਹਾਲ ਫਿਲਹਾਲ, ਤੁਸੀਂ ਆਪਣਾ ਸੰਪਰਕ ਨੰਬਰ ਸਾਂਝਾ ਕਰ ਦਿਓ, ਤੇ ਇਸ ਸੰਪਰਕ ਨੰਬਰ ਦੇ ਉੱਤੇ ਕਾਲਿੰਗ ਕਰਕੇ ਜਾਂ ਤੁਸੀਂ ਮੈਸੇਜ ਕਰਕੇ ਇਹਨਾਂ ਦੀਆਂ ਕਿਤਾਬਾਂ ਜਿਹੜੀਆਂ ਉਹ ਦੁਨੀਆ ਦੇ ਕਿਸੇ ਵੀ ਕੋਨੇ 'ਚ ਮੰਗਾ ਸਕਦੇ ਹੋ। ਔਰ ਇਸ ਗੱਲ ਦਾ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਪਿਆਰੇ ਦਰਸ਼ਕੋ ਕਿ ਅਸੀਂ ਸਾਹਿਤਕ ਤੰਦਾਂ ਦੇ ਵਿੱਚ ਜਿਸ ਵੀ ਮਹਿਮਾਨ ਨੂੰ ਤੁਹਾਡੇ ਰੂਬਰੂ ਕਰਦੇ ਹਾਂ, ਉਹਨਾਂ ਦੀ ਹਰ ਲਿਖਤ ਜਿਹੜੀ ਹੈ ਉਹ ਸਿੱਧਤ ਕਰਨ ਵਾਲੀ ਹੋਏਗੀ ਸਾਡੇ ਪਰਿਵਾਰ ਨੂੰ ਔਰ ਸਾਡੇ ਬੱਚਿਆਂ ਨੂੰ। ਤੁਸੀਂ ਆਪਣਾ ਸੰਪਰਕ ਨੰਬਰ ਜ਼ਰੂਰ ਇੱਕ ਵਾਰੀ ਸਾਂਝਾ ਕਰ ਦਿਓ ਜੀ। ਮੇਰਾ ਮੋਬਾਈਲ ਨੰਬਰ ਹੈ 9884 01328 9884 ਮੇਰਾ ਅਖੀਰਲਾ ਸਵਾਲ ਹੈ ਜੀ, ਕਿਉਂਕਿ ਸਮਾਂ ਮੇਰੇ ਕੋਲ ਖਤਮ ਹੋ ਗਿਆ। ਡਾਕਟਰ ਸਾਹਿਬ, ਤੁਸੀਂ 3 MA ਕੀਤੀਆਂ, MPhil ਕੀਤੀ, ਨੈਟ ਕੀਤੀ, JRF ਕੀਤੀ, PhD ਹੋ ਗਏ, ਡਾਕਟਰ ਹੋ ਗਏ। ਕੀ ਇਹ ਸਾਰਾ ਕੁਝ ਕਰਨ ਤੋਂ ਬਾਅਦ ਤੁਸੀਂ ਕਿਸੇ ਨੌਕਰੀ ਦੇ ਉੱਤੇ ਵੀ ਸੈੱਟ ਹੋਏ, ਫਿੱਟ ਹੋਏ? ਕਿਉਂਕਿ ਤੁਹਾਡੇ ਵਰਗੇ ਲੋਕਾਂ ਨੂੰ ਤਾਂ ਸਰਕਾਰਾਂ ਲੱਭਦੀਆਂ ਫਿਰਦੀਆਂ ਨੇ ਕਿ ਆਓ ਤੇ ਸਾਡੇ ਸਕੂਲਾਂ ਕਾਲਜਾਂ ਦੇ ਵਿੱਚ ਪੜ੍ਹਾਓ।
ਨਹੀਂ ਪ੍ਰਿੰਸ ਜੀ, ਸਮੱਸਿਆ ਇਹ ਹੈਗੀ ਹੈ ਕਿ ਮੈਂ ਚਾਹੁੰਦਾ ਸੀ ਕਿ ਬਈ ਮੈਂ ਕਿਸੇ ਕਾਲਜ ਦੇ ਵਿੱਚ ਲੈਕਚਰਰ ਲੱਗਾ, ਮੇਰੀ ਸ਼ੁਰੂ ਤੋਂ ਇਹੀ ਇੱਛਾ ਰਹੀ ਹੈਗੀ ਆ। ਤੇ ਸਾਡੀ ਆਪਾਂ ਕਹਿ ਸਕਦੇ ਹੈਗੇ ਆ ਕਿ ਦੁਰਭਾਗ ਨੇ ਇਸ ਗੱਲ ਦੇ ਕਿ ਪਿਛਲੇ 25 ਸਾਲਾਂ ਦੇ ਦੌਰਾਨ ਸਰਕਾਰੀ ਕਾਲਜਾਂ ਦੇ ਵਿੱਚ ਪੋਸਟਾਂ ਨਹੀਂ ਆਈਆਂ। ਉਹ ਪੋਸਟਾਂ ਨਾ ਆਉਣ ਕਰਕੇ ਮੈਂ ਜੇ ਕਹਾਂ ਤਾਂ ਮੈਂ ਕਿਤੇ ਵੀ ਐਡਜਸਟ ਨਹੀਂ ਹੋ ਸਕਿਆ, ਹਨਾ, ਕਿਸੇ ਵੀ ਜਗ੍ਹਾ ਤੇ ਐਡਜਸਟ ਨਹੀਂ ਹੋ ਸਕਿਆ। ਹੁਣੇ ਰੀਸੈਂਟਲੀ ਜਿਹੜਾ ਹੈਗਾ ਇੱਕ ਪੇਪਰ ਪੰਜਾਬ ਸਰਕਾਰ ਵੱਲੋਂ ਆਰਗੇਨਾਈਜ਼ ਕੀਤਾ ਗਿਆ ਸੀ, ਉਹ ਪੇਪਰ ਮੈਂ ਦਿੱਤਾ ਹੈ, ਮੈਰਿਟ ਲਿਸਟ ਦੇ ਵਿੱਚ ਮੇਰਾ ਨਾਂ ਆਇਆ, ਪਰ ਉਹ ਜਿਹੜਾ ਕੇਸ ਹੈਗਾ ਫਿਲਹਾਲ ਅਦਾਲਤ ਦੇ ਵਿੱਚ ਚਲਿਆ ਗਿਆ ਤੇ ਸਾਨੂੰ ਉਡੀਕ ਹੈ ਮਾਣਯੋਗ ਅਦਾਲਤ ਤੇ ਸਾਡਾ ਵਿਸ਼ਵਾਸ ਵੀ ਹੈ ਕਿ ਅਸੀਂ ਉਹ ਕੇਸ ਜਿੱਤਾਂਗੇ ਤੇ ਜਲਦ ਹੀ ਮੈਂ ਜਿਹੜਾ ਹੈਗਾ ਸਰਕਾਰੀ ਕਾਲਜ ਦੇ ਵਿੱਚ। ਪਰ ਮੇਰੇ ਖਿਆਲ ਜੇ ਮੈਂ ਭੁੱਲ ਨਾ ਰਿਹਾ ਹੋਵਾਂ, ਜਿਹੜੇ ਜਿਸ ਅਸਾਮੀਆਂ ਦੀ ਤੁਸੀਂ ਗੱਲ ਕਰ ਰਹੇ ਹੋ, ਲੈਕਚਰਰ ਦੀ ਗੱਲ ਕਰ ਰਹੇ ਹੋ, ਸਰਕਾਰ ਤਾਂ ਪੰਜਾਬ ਸਰਕਾਰ ਖਾਸ ਤੌਰ ਤੇ ਇਸ ਵਕਤ ਚੰਨੀ ਸਰਕਾਰ ਜਿਹੜੀ ਹੈ ਉਹ ਤਾਂ ਇਸ ਗੱਲ ਦਾ ਪ੍ਰਚਾਰ ਕਰ ਰਹੀ ਹੈ ਕਿ ਤੁਹਾਡੀਆਂ 1100 ਕੁਝ ਪੋਸਟਾਂ ਨੇ ਜਿਹੜੀਆਂ ਅਸੀਂ ਫਿਲ ਕਰ ਦਿੱਤੀਆਂ ਨੇ ਤੇ ਤੁਸੀਂ ਬਤੌਰ ਲੈਕਚਰਰ ਹੁਣ ਕਾਲਜਾਂ ਦੇ ਵਿੱਚ ਪੜ੍ਹਾ ਰਹੇ ਹੋ ਸਰਕਾਰੀ ਇਸ਼ਤਿਹਾਰ ਔਰ ਦਾਅਵਿਆਂ ਦੇ ਮੁਤਾਬਕ। ਜੀ ਉਹ ਦਾਵਾ ਬਿਲਕੁਲ ਗਲਤ ਹੈ, ਬਿਲਕੁਲ ਝੂਠਾ ਹੈਗਾ, ਕਿਉਂਕਿ ਜੇ ਸਰਕਾਰ ਇਹ ਗੱਲ ਕਹਿ ਰਹੀ ਹੈ ਕਿ ਵੀ ਅਸੀਂ ਉਹਨਾਂ ਨੂੰ ਭਰਤੀ ਕਰ ਲਿਆ ਤੇ ਉਹ ਕਾਲਜਾਂ ਦੇ ਵਿੱਚ ਜੁਆਇਨ ਕਰਾ ਲਿਆ, ਇਹ ਬਿਲਕੁਲ ਝੂਠ ਹੈ। ਕੁਛ ਇੱਕ ਸਾਡੇ ਦੋਸਤ ਹੈਗੇ ਨੇ, ਮੈਂ ਕਹਿ ਸਕਦਾ ਹੈਗਾ ਕਿ 1158 ਭਰਤੀਆਂ ਸੀ, ਉਹਨਾਂ ਚੋਂ ਕੁਛ ਇੱਕ ਨੇ ਮਸਾ 10-12 ਹੋਣਗੇ ਜਿਨ੍ਹਾਂ ਨੇ ਜੁਆਇਨ ਕੀਤਾ ਹੈਗਾ। ਬਾਕੀ ਜਿੰਨੇ ਵੀ ਜਿਹੜੇ ਹੈਗੇ ਨੇ ਲਗਭਗ 1100 1150 ਜਿਹੜੇ ਉਮੀਦਵਾਰ ਨੇ ਉਹ ਹਾਲੇ ਵੀ ਜਿਹੜੇ ਹੈਗੀ ਹੈ ਭਰਤੀ ਪ੍ਰਕਿਰਿਆ ਤੇ ਰੋਕ ਲੱਗੀ ਹੋਈ ਹੈ, ਇਸ ਕਰਕੇ ਉਹ ਅਟਕੇ ਹੋਏ ਨੇ। ਇਹ ਭਰਤੀ ਹਾਲੇ ਪੂਰੀ ਨਹੀਂ ਹੋਈ ਹੈਗੀ। ਪੰਜਾਬ ਸਰਕਾਰ ਜਿਹੜੀ ਹੈਗੀ ਹੈ ਸ਼ਾਇਦ ਵੋਟਾਂ ਖਿੱਚਣ ਵਾਸਤੇ ਲੋਕਾਂ ਦੇ ਵਿੱਚ ਇਹ ਭ੍ਰਾਂਤੀ ਪੈਦਾ ਕਰ ਰਹੀ ਹੈ ਜਿਹੜੀ ਕਿ ਬਿਲਕੁਲ ਗਲਤ ਹੈ, ਝੂਠ ਹੈ। ਹਾਲੇ ਤੱਕ ਜਿਹੜੀਆਂ ਆਪਾਂ ਕਹਿ ਸਕਦੇ ਹੈਗੇ ਜੁਆਇਨਿੰਗ ਨਹੀਂ ਹੋਈ। ਡਾਕਟਰ ਸਾਹਿਬ, ਅਖੀਰਲੀ ਟਿੱਪਣੀ ਸਿਰਫ 1-2 ਸ਼ਬਦਾਂ ਦੇ ਵਿੱਚ, ਕਿਉਂਕਿ ਮੇਰੇ ਕੋਲ ਵਕਤ ਖਤਮ ਹੋ ਗਿਆ। ਸੰਸਾਰ ਨੂੰ ਸੋਹਣਾ ਬਣਾਉਣ ਦੇ ਲਈ ਸਾਨੂੰ ਹੋਰ ਕੀ ਕਰਨਾ ਚਾਹੀਦਾ? ਸੋਹਣਾ ਇਨ ਸੈਂਸ ਕਿ ਇਮਾਰਤਾਂ ਨਹੀਂ, ਤੁਸੀਂ ਸਮਝ ਗਏ ਹੋ। ਸੰਸਾਰ ਦੀ ਖੂਬਸੂਰਤੀ ਬਰਕਰਾਰ ਰੱਖਣ ਲਈ, ਸੰਸਾਰ ਨੂੰ ਹੋਰ ਸੋਹਣਾ ਬਣਾਉਣ ਲਈ ਨਿੱਜੀ ਰੂਪ ਦੇ ਵਿੱਚ ਸਾਨੂੰ ਸਾਰਿਆਂ ਨੂੰ ਕੀ ਕਰਨਾ ਚਾਹੀਦਾ? ਮੈਂ ਅਕਸਰ ਇਹੀ ਗੱਲ ਕਹਿਣਾ ਹੁੰਦਾ ਕਿ ਸਾਨੂੰ ਬਾਕੀ ਸਾਰੀਆਂ ਜਿਹੜੀਆਂ ਵਲਗਣਾ ਨੇ, ਭਾਵੇਂ ਉਹ ਧਰਮ ਦੀ ਹੈ, ਰੰਗ ਦੀ ਹੈ, ਜਾਤ ਦੀ ਹੈ, ਨਸਲ ਦੀ ਹੈ, ਭਾਸ਼ਾ ਦੀ ਹੈ, ਵਿਚਾਰਧਾਰਾ ਦੀ ਹੈ, ਸਾਰੀਆਂ ਜਿਹੜੀਆਂ ਵਲਗਣਾ ਨੇ ਉਹਨਾਂ ਤੋਂ ਉੱਪਰ ਉੱਠ ਕੇ ਸਾਨੂੰ ਸਭ ਤੋਂ ਪਹਿਲਾਂ ਮਨੁੱਖ ਬਣਨਾ ਚਾਹੀਦਾ ਹੈਗਾ। ਜਿਹਨੂੰ ਅਸੀਂ ਕਹਿੰਦੇ ਹਾਂ ਕਿ ਵਸੁਧੈਵ ਕੁਟੁੰਬਕਮ ਦਾ ਜਿਹੜਾ ਨਾਰਾ ਹੈਗਾ ਕਿ ਇਹ ਸਾਰਾ ਸੰਸਾਰ ਹੀ ਅਸੀਂ ਪਰਿਵਾਰ, ਜੇ ਅਸੀਂ ਸਾਰੇ ਸੰਸਾਰ ਨੂੰ ਮੰਨ ਕੇ ਚੱਲਾਂਗੇ ਤਾਂ ਹੀ ਜਿਹੜੀ ਅਸੀਂ ਕਹਿ ਸਕਦੇ ਹੈਗੇ ਹਾਂ ਕਿ ਇਸ ਸੰਸਾਰ ਦੇ ਉੱਪਰ ਸ਼ਾਂਤੀ ਹੋ ਸਕੂਗੀ, ਇਸ ਸੰਸਾਰ ਦੇ ਉੱਤੇ ਸਾਰਿਆਂ ਨੂੰ ਰੁਜ਼ਗਾਰ ਮਿਲ ਸਕੂਗਾ, ਸਾਰੇ ਸੁਖੀ ਹੋ ਸਕਣਗੇ। ਜਿਹਨੂੰ ਇੱਕ ਸਾਇੰਸ ਦੇ ਵਿੱਚ ਇੱਕ ਟਰਮ ਆਉਂਦੀ ਹੈਗੀ ਆ ਜਿਹਨੂੰ ਉਹ ਕਹਿੰਦੇ ਨੇ ਇਕੋਸੈਂਟਰਿਜ਼ਮ, ਠੀਕ ਹੈ, ਕਿ ਜਦੋਂ ਸਾਰੇ ਜਿੰਨੇ ਵੀ ਇਸ ਧਰਤੀ ਤੇ ਰਹਿਣ ਵਾਲੇ ਪ੍ਰਾਣੀ ਨੇ, ਠੀਕ ਹੈ, ਭਾਵੇਂ ਉਹ ਜੀਵ ਜੰਤ ਨੇ, ਚਿੜੀਆਂ, ਕੀੜੇ ਮਕੌੜੇ, ਜੇ ਅਸੀਂ ਸਾਰਿਆਂ ਨੂੰ ਬਰਾਬਰ ਸਮਝਾਂਗੇ ਤਾਂ ਹੀ ਇਸ ਜਿਹੜੀ ਧਰਤੀ ਹੈਗੀ ਹੈ ਇਹਦਾ ਨਕਸ਼ਾ ਜਿਹੜਾ ਹੈ ਉਹ ਖੂਬਸੂਰਤ ਬਣ ਸਕੂਗਾ। ਬਹੁਤ ਸ਼ੁਕਰੀਆ ਡਾਕਟਰ ਸਵਾਮੀ ਸਰਬਜੀਤ, ਅਣਮੁੱਲੇ ਵਿਚਾਰ ਤੁਸੀਂ ਸਾਡੇ ਨਾਲ ਸਾਂਝੇ ਕੀਤੇ ਔਰ ਮੈਨੂੰ ਬੜੀ ਖੁਸ਼ੀ ਹੋਈ, ਦੇਰ ਬਾਅਦ ਖੁਸ਼ੀ ਹੋਈ ਕਿਉਂਕਿ ਪ੍ਰੋਗਰਾਮ ਦੇਰ ਬਾਅਦ ਅਸੀਂ ਸ਼ੁਰੂ ਕੀਤਾ ਸੀ। ਆਸ ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਵੀ ਚੰਗਾ ਹੀ ਲੱਗਿਆ ਹੋਵੇਗਾ ਸਾਡੇ ਨਾਲ ਜਸ ਟੀਵੀ ਨਾਲ ਗੱਲਬਾਤ ਕਰਕੇ। ਜੀ, ਮੈਨੂੰ ਬਹੁਤ ਚੰਗਾ ਲੱਗਿਆ ਤੇ ਮੈਂ ਬਹੁਤ ਧੰਨਵਾਦੀ ਹੈਗਾ, ਬਹੁਤ ਸ਼ੁਕਰੀਆ ਅਦਾ ਕਰਦਾ ਹੈਗਾ ਤੁਹਾਡਾ ਤੇ ਇਸ ਜਸ ਪੰਜਾਬੀ ਟੀਵੀ ਦਾ। ਤੇ ਮੈਂ ਬੇਨਤੀ ਵੀ ਕਰਦਾ ਹੈਗਾ ਕਿ ਜੇ ਕਦੇ ਦੁਬਾਰਾ ਸਮਾਂ ਲੱਗੇ ਤਾਂ ਮੈਨੂੰ ਜ਼ਰੂਰ ਬੁਲਾ ਲੈਣਾ। ਬਾਕੀ ਜਿਹੜੇ ਦਰਸ਼ਕ ਇਹ ਪ੍ਰੋਗਰਾਮ ਦੇਖ ਰਹੇ ਨੇ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇ ਕਦੇ ਤੁਹਾਨੂੰ ਸਵਾਮੀ ਯਾਦ ਰਹਿ ਗਿਆ ਤਾਂ ਸਵਾਮੀ ਨੂੰ ਯਾਦ ਜ਼ਰੂਰ ਕਰ ਲਿਓ। ਬਹੁਤ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ, ਧੰਨਵਾਦ। ਬਹੁਤ ਸ਼ੁਕਰੀਆ ਪਿਆਰੇ ਦਰਸ਼ਕੋ। ਇਸ ਵਕਤ ਤੁਹਾਡੇ ਤੋਂ ਇਜਾਜ਼ਤ ਲੈਣ ਦਾ ਹੋਇਆ। ਅਗਲੇ ਪਾਰ ਕਿਸੇ ਹੋਰ ਪਿਆਰੇ ਜਿਹੇ ਖੂਬਸੂਰਤ ਮਹਿਮਾਨ ਨਾਲ ਤੁਹਾਡੇ ਨਾਲ ਸਾਹਿਤ ਦੀ ਸਾਂਝ ਪਾਵਾਂਗੇ। ਸਾਹਿਤ ਦੀ ਸਾਂਝ ਤੋਂ ਉਮੀਦ ਤੇ ਆਸ ਵਿਸ਼ਵਾਸ ਕਰਾਂਗੇ ਕਿ ਸਾਡੇ ਪਰਿਵਾਰਾਂ ਦੇ ਵਿੱਚ ਪੰਜਾਬੀ ਭਾਸ਼ਾ ਦੇ ਰੂਪ ਦੇ ਵਿੱਚ, ਬੋਲੀ ਦੇ ਰੂਪ ਦੇ ਵਿੱਚ ਹਮੇਸ਼ਾ ਮਾਣ ਦੇ ਨਾਲ ਉੱਚੀ ਬਣੀ ਰਹੇ। ਦਿਓ ਇਜਾਜ਼ਤ, ਬਣੇ ਰਹੋ ਜਸ ਟੀਵੀ ਦੇ ਨਾਲ। ਸਤਿ ਸ੍ਰੀ ਅਕਾਲ।